ਮਾਰਚ ਦੀ 8 ਤਰੀਕ ਨੂੰ ਮੇਰੇ ਪਾਪਾ ਪੂਰੇ ਹੋ ਗਏ ਸੀ। ਪਾਪਾ ਜਿਵੇਂ ਢਿੱਲੇ ਸੀਗੇ, ਚਲੋ ਪਾਪਾ ਦੀ ਵੀ ਦਵਾਈ ਪ੍ਰੋਪਰ ਅਸੀਂ ਨਾਲ ਕਰਾਉਂਦੇ ਰਹੇ, ਪਰ ਮੇਰੇ ਪਾਪਾ ਬੜਾ ਸਟਰਗਲ ਦੇਖਿਆ ਲਾਈਫ ਦੇ ਵਿੱਚ। ਕਈ ਇੱਕ ਟਾਈਮ ਹੁੰਦਾ ਸੀ ਕਿ ਅਸੀਂ ਰੋਟੀ ਨਹੀਂ ਖਾਂਦੇ ਸੀ, ਐਵੇਂ ਸੋ ਜਾਂਦੇ ਸੀਗੇ। ਮਾਰਨਿੰਗ ਉੱਠ ਕੇ ਐਵੇਂ ਖੇਤ ਚਲੇ ਜਾਣਾ, ਮੈਂ ਉੱਥੋਂ ਐਵੇਂ ਆ ਕੇ ਤਿਆਰ ਹੋ ਕੇ ਐਵੇਂ ਯੂਨੀਵਰਸਿਟੀ ਚਲੇ ਜਾਣਾ, ਮਤਲਬ ਵੀ ਕਲਾਸਿਸ ਲਾਉਣੀਆਂ। ਕਹਿੰਦੇ ਕਿ ਭਾਈ ਜਿਹੜੇ ਹੈਗੇ ਨਾ ਉਹ ਬਾਹਾਂ ਹੁੰਦੀਆਂ, ਤਾਂ ਇਹ ਮੇਰਾ ਇੱਕ ਛੋਟਾ ਭਾਈ ਕਹਿ ਲਓ, ਪਰ ਮੈਂ ਇਹਨੂੰ ਵੱਡਾ ਭਾਈ ਕਹੂੰਗਾ, ਕਿਉਂਕਿ ਜਿਹਨੇ ਮੈਨੂੰ ਪੜ੍ਹਾ ਕੇ ਇੱਥੋਂ ਤੱਕ ਪਹੁੰਚਾਇਆ, ਮੇਰੀ ਮੈਰਿਜ ਕਰਾਈ, ਘਰ ਦੇ ਸਾਰੇ ਸਿਸਟਮ ਨੂੰ ਜਿਹਨੇ ਸਾਂਭਿਆ। ਕਿਉਂਕਿ ਜ਼ਿੰਦਗੀ ਦੇ ਵਿੱਚ ਦੌਰ ਇਹੋ ਜਿਹਾ ਵੀ ਚੱਲਿਆ ਕਿ ਅਸੀਂ ਰੋਟੀ ਤੋਂ ਵੀ ਮੁਹਤਾਜ ਹੋਣ ਵਾਲੇ ਹੋ ਗਏ। ਬ੍ਰਦਰ ਚੰਡੀਗੜ੍ਹ ਸਟੱਡੀ ਕਰਦੇ ਸੀਗੇ, ਤੇ ਪਾਪਾ ਮਤਲਬ ਕਿ ਪਹਿਲਾਂ ਸਾਰਾ ਸਟੱਡੀ ਦਾ ਖਰਚਾ ਪਾਪਾ ਹੀ ਇੱਥੋਂ ਹੀ ਦਿੰਦੇ ਸੀਗੇ। ਇੱਥੋਂ ਹੀ ਜਾਣਾ ਸੀ, ਖੇਤੀ ਕਰਦੇ ਸੀ, ਹੋਰ ਕੋਈ ਧੰਦਾ ਹੈ ਨਹੀਂ ਸੀਗਾ। ਫਿਰ ਮੈਂ ਆਪਣਾ ਕੰਪਰੋਮਾਈਜ਼ ਕੀਤਾ ਵੀ ਨਹੀਂ, ਚਲੋ ਪ੍ਰਮਾਤਮਾ ਨੇ ਅੱਜ ਸਾਨੂੰ ਖੇਤੀ ਦਿੱਤੀ ਆ। ਆਰਥਿਕ ਸਥਿਤੀ ਇੰਨੀ ਕਮਜ਼ੋਰ ਹੋ ਗਈ ਕਿ ਫੀਸ ਦੇਣੀ ਆ ਤਾਂ ਕਿੱਦਾਂ ਦਿੱਤੀ ਜਾਊਗੀ, ਤੇ ਘਰ ਨੂੰ ਸਾਂਭਣ ਵਾਲਾ ਕੋਈ ਨਹੀਂ ਸੀਗਾ। ਉਸ ਚੀਜ਼ ਨੂੰ ਦੇਖਦੇ ਗੁੜੀਆਂ ਨੇ ਬੜਾ ਹਿੰਮਤ ਕਰਕੇ ਇਸ ਘਰ ਨੂੰ ਸਾਂਭਿਆ। ਇਹਦੇ ਸਾਰੇ ਜਿੰਨਾ ਵੀ ਫਾਈਨੈਂਸ਼ੀਅਲ ਕੰਮ ਹੈਗਾ ਉਹ ਸਾਰਾ ਗੁੜੀਆ ਦੇਖਦੀ, ਅੱਜ ਤੱਕ ਇਹੀ ਦੇਖਦੀ ਆ। ਮੰਮੀ ਮੇਰੇ ਨੇ ਸ਼ੁਰੂ ਤੋਂ ਮੇਰੀ ਬਹੁਤ ਹੈਲਪ ਕੀਤੀ, ਵਿਚਾਰੇ ਮਤਲਬ ਦਿਨ ਰਾਤ ਮੇਰੇ ਨਾਲ ਖੜੇ ਸੀਗੇ। ਪਾਪਾ ਨੂੰ ਵੀ ਸੰਭਾਲਣਾ, ਮੇਰੇ ਨਾਲ ਖੇਤ ਵੀ ਵਿਚਾਰੇ ਜਾਂਦੇ ਹੁੰਦੇ ਸੀ। ਇੱਧਰ ਸਾਡੇ ਕੋਲ 8-10 ਡੰਗਰ ਸੀਗੇ, ਉਹ ਵੀ ਸਾਹਮਣੇ। ਮਤਲਬ ਮੈਂ ਹੁਣ ਮੇਰੇ ਮੰਮਾ ਨੇ, ਅਸੀਂ ਕਈ ਵਾਰੀ ਅਸੀਂ 2-3 ਸਾਲ ਤਾਂ ਅਸੀਂ ਕੱਪੜਾ ਲੈ ਕੇ ਨਹੀਂ ਦੇਖਿਆ ਵੀ ਪਾਉਣ ਵਾਸਤੇ, ਜੋ ਪੁਰਾਣੇ ਸੀਗੇ ਉਹੀ ਪਾਉਂਦੇ ਰਹੇ। ਘਰ ਦਾ ਮੋਢੀ ਗੁੜੀਆ ਹੈਗੀ ਆ, ਠੀਕ ਹੈ ਨਾ। ਕਈ ਵਾਰੀ ਮੈਂ ਸੋਚਦਾ ਵੀ ਘਰੇ ਗੱਲ ਵੀ ਕਰਦਾ ਕਿ ਜਿਸ ਦਿਨ ਇਹਦੀ ਮੈਰਿਜ ਹੋ ਗਈ ਤਾਂ ਬੜਾ ਔਖਾ ਹੋਣਾ ਸਾਨੂੰ ਉਸ ਤੋਂ ਬਾਅਦ ਇਸ ਚੀਜ਼ ਨੂੰ ਸਮਝਾਉਣਾ, ਇਸ ਚੀਜ਼ ਨੂੰ ਲੈ ਕੇ ਚੱਲਣਾ। ਜਦੋਂ ਤੁਸੀਂ ਆਪਣੇ ਮਾਂ-ਬਾਪ ਨੂੰ ਦੇਖਦੇ ਹੋ ਨਾ ਮਿਹਨਤ ਕਰਦਿਆਂ ਹੋਇਆਂ, ਕੁਦਰਤੀ ਹੀ ਤੁਹਾਡੀ ਰੂਹ 'ਚ ਵੀ ਉਹ ਚੀਜ਼ ਉਤਰ ਜਾਂਦੀ ਹੈ। ਤੇ ਰਹੀ ਗੱਲ ਮਿੱਟੀ ਦੀ, ਹੁਣ ਮੈਂ ਖੁਦ ਦੇਖਿਆ ਮੇਰੇ ਪਾਪਾ ਔਰ ਮੰਮੀ ਕਿੰਨੀ ਮਿਹਨਤ ਕਰਦੇ ਸੀ। ਮੈਨੂੰ ਹੁੰਦਾ ਸੀ ਕਿ ਚਲੋ ਜਿੰਨਾ ਚਿਰ ਮਤਲਬ ਮੈਂ ਹੈ ਆ ਇੱਥੇ, ਕਮ ਸੇ ਕਮ ਉਸ ਮਿੱਟੀ ਨੂੰ ਮੈਂ ਖਰੋਦ ਸਕਾਂ, ਉਸ ਮਿੱਟੀ 'ਚੋਂ ਜੋ ਮੇਰੇ ਬਾਪੂ ਨੇ ਮਿਹਨਤ ਕੀਤੀ ਆ, ਤੇ ਉਸੇ ਮਤਲਬ ਮਿੱਟੀ ਦੇ ਵਿੱਚ ਮੈਂ ਮਿਹਨਤ ਕਰਾਂ। ਮਿਲਣਾ ਤਾਂ ਆਪਾਂ ਆਖਰ ਨੂੰ ਇੱਕ ਮਿੱਟੀ 'ਚ ਹੀ ਆ। ਮੇਰੇ ਪਾਪਾ ਮੈਂਟਲੀ ਕੁਝ ਜ਼ਿਆਦਾ ਹੋ ਗਏ ਸੀਗੇ, ਤੇ ਤੁਹਾਨੂੰ ਪਤਾ ਹੀ ਹੈ ਜ਼ਿਮੀਂਦਾਰਾਂ ਦੀਆਂ ਦਵਾਈਆਂ ਵਗੈਰਾ ਪਈਆਂ ਰਹਿੰਦੀਆਂ। ਹਜੇ ਅਸੀਂ ਉਹ ਲੋਕਰ 'ਚ ਰੱਖੀਆਂ ਹੋਈਆਂ ਸੀ, ਸਾਰਾ ਲੋਕ ਵਗੈਰਾ ਲਗਾ ਕੇ, ਪਰ ਉਹਨਾਂ ਨੇ ਦਵਾਈ ਪੀ ਲਈ ਤੇ ਸਾਨੂੰ ਬੜੀ ਮੁਸ਼ਕਲ ਨਾਲ ਜਦੋਂ ਪਤਾ ਲੱਗਾ। ਫਿਰ ਉਧਰੋਂ ਬ੍ਰਦਰ ਖੇਤ ਗਏ ਹੋਏ ਸੀਗੇ, ਕੋਈ ਪਰਸਨ ਆਇਆ ਨਹੀਂ, ਸਾਰੇ ਖੜ ਕੇ ਸਾਹਮਣੇ ਤਮਾਸ਼ਾ ਦੇਖ ਰਹੇ ਸੀਗੇ। ਤੇ ਥੋੜਾ ਟਾਈਮ ਹੀ ਹੋਇਆ ਹਜੇ ਮੇਰਾ ਇਨਸੀਡੈਂਸ ਹੋਇਆ ਵਾ ਕਿ ਪਿੰਡ ਦੇ ਹੀ ਲੋਕ ਮੇਰੇ ਵਿਰੁੱਧ ਖੜ ਗਏ ਔਰ ਉਹਨਾਂ ਨੇ ਮੇਰੇ ਨਾਲ ਧੱਕਾਸ਼ਾਹੀ ਕੀਤੀ, ਮਾਰ ਕੁੱਟ ਕੀਤੀ। ਰੋਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ, ਮੈਂ ਹਾਂ ਤੁਹਾਡੇ ਨਾਲ ਜਗਸੀਰ ਸਿੰਘ। ਸ਼ਹਿਰ ਅੰਬਾਲਾ ਪਿੰਡ ਅਦੋਈ ਦੇ ਵਿੱਚ ਮੌਜੂਦ ਹਾਂ, ਜਿੱਥੋਂ ਦੀ ਇੱਕ ਅਜਿਹੀ ਲੇਡੀ ਫਾਰਮਰ ਹੈ, ਫਸਟ ਲੇਡੀ ਫਾਰਮਰ ਹੈ, ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਖੇਤੀ ਕਰਨੀ ਸ਼ੁਰੂਆਤ ਕੀਤੀ। ਤਾਂ ਮਾਂ ਪਿਓ ਸਿਰ ਦੇ ਉੱਤੇ ਨਹੀਂ ਸੀ, ਤਾਂ ਭਰਾ ਲਈ ਵੀ ਬਹੁਤ ਕੁਝ ਕੀਤਾ। ਤਾਂ ਸਾਡੇ ਨਾਲ ਨੇ ਅਮਰਜੀਤ ਕੌਰ ਜੀ, ਜੋ ਕਿ ਅਦੋਈ ਪਿੰਡ ਤੋਂ ਨੇ। ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ, ਤਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਤਾਂ ਜੀਵਨੀ ਕਿਵੇਂ ਦੀ ਹੈ, ਖੇਤੀ ਕਰਨੀ, ਸਾਰਾ ਕੁਝ ਕਰਨਾ ਇੱਕ ਔਰਤ ਵਾਸਤੇ ਕਿੰਨਾ ਕੁਝ ਮੁਸ਼ਕਿਲ ਹੁੰਦਾ ਜਾਂ ਕਿੰਨਾ ਕੁਝ ਸੌਖਾ ਹੁੰਦਾ, ਕੀ ਕੁਝ ਬੁਲੰਦੀਆਂ ਇਹਨਾਂ ਨੇ ਹਾਸਲ ਕੀਤੀਆਂ ਨੇ। ਕਿਉਂਕਿ ਅਗਰ ਜੇ ਗੱਲ ਕੀਤੀ ਜਾਵੇ, ਸੀਐਮ ਖੱਟਰ ਜੋ ਕਿ ਹਰਿਆਣਾ ਦੇ, ਉਹਨਾਂ ਨੇ ਬਹੁਤ ਵਾਰ ਇਹਨਾਂ ਨੂੰ ਬੁਲਾਇਆ, ਸਨਮਾਨਿਤ ਕੀਤਾ ਗਿਆ। ਤਾਂ ਜੇ ਗੱਲ ਕੀਤੀ ਜਾਵੇ ਪੀਐਮ ਮੋਦੀ ਤੱਕ ਵੀ ਇਹਨਾਂ ਦੀ ਪਹੁੰਚ ਹੋ ਚੁੱਕੀ ਹੈ। ਤਾਂ ਅਮਰਜੀਤ ਜੀ ਸਾਡੇ ਨਾਲ ਨੇ, ਇਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਰੋਜ਼ਾਨਾ ਸਪੋਕਸਮੈਨ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ, ਖੇਤੀ ਕਰਨੀ ਕਿਵੇਂ, ਛੋਟੀ ਉਮਰ ਦੇ ਵਿੱਚ ਖੇਤੀ ਵਾਲੇ ਪਾਸੇ ਆਏ, ਤਾਂ ਕਿ ਸਬੱਬ ਬਣਿਆ ਸੀ ਇੱਧਰ ਆਉਣ ਦਾ, ਕੀ ਸੋਚਿਆ ਸੀ ਵੀ ਇੱਕ ਔਰਤ ਜਾਂ ਕੁੜੀ ਵੀ ਇਸ ਪਾਸੇ ਲੱਗ ਸਕਦੀ ਹੈ, ਖੇਤੀ ਕਰ ਸਕਦੀ ਹੈ? ਹਾਂਜੀ, ਮੈਂ ਪਹਿਲਾਂ ਤਾਂ ਸਕੂਲ ਟਾਈਮ ਦੇ ਵਿੱਚ ਹੀ ਪਾਪਾ ਦੇ ਨਾਲ ਹੈਲਪ ਕਰਾਉਂਦੀ ਹੁੰਦੀ ਸੀ। ਤਾਂ ਉਦੋਂ ਬੜਾ ਸ਼ੌਂਕ ਹੁੰਦਾ ਸੀਗਾ ਕਿ ਪਾਪਾ ਕਰਦੇ ਆ ਟਰੈਕਟਰ ਚਲਾਉਣਾ, ਟਰੈਕਟਰ 'ਤੇ ਬਹਿ ਜਾਣਾ, ਔਰ ਪੱਠੇ ਲੈਣ ਜਾਂਦੇ ਸੀ, ਬੁੱਗੀ 'ਤੇ ਬਹਿ ਜਾਣਾ। ਤੇ ਜਦੋਂ ਉਹਨਾਂ ਨੇ ਪੱਠੇ ਵੱਢਣੇ ਤਾਂ ਪਿੱਛੋਂ ਅਸੀਂ ਚੱਕ ਕੇ ਲੱਦਣੇ, ਤੇ ਉਹ ਬੜਾ ਵਧੀਆ ਲੱਗਦਾ ਸੀਗਾ। ਤੇ ਸਗੋਂ ਘਰ ਦੇ ਕਹਿੰਦੇ ਸੀ ਤੁਸੀਂ ਪੜ੍ਹ ਲਓ, ਕੁਝ ਬਣ ਜਾਓਗੇ। ਤੇ ਮੈਨੂੰ ਹੁੰਦਾ ਸੀਗਾ ਕਿ ਚਲੋ ਕਿਉਂਕਿ ਮਾਂ ਪਿਓ ਬੱਚੇ ਨੂੰ ਜਨਮ ਤਾਂ ਹੀ ਦਿੰਦੇ ਕਿ ਕੱਲ੍ਹ ਨੂੰ ਉਹ ਸਾਡੇ ਮਤਲਬ ਕੱਲ੍ਹ ਨੂੰ ਆਉਣਗੇ, ਸਾਡੇ ਨਾਲ ਖੜਨਗੇ, ਹੈ ਨਾ, ਮਾੜੇ ਟਾਈਮ 'ਤੇ। ਤੇ ਫਿਰ ਜਿਵੇਂ ਜਿਵੇਂ ਸੋਝੀ ਆਪਣਾ ਸੰਭਾਲਣ ਲੱਗੇ, ਉਵੇਂ ਉਵੇਂ ਜਦੋਂ +2 'ਚ ਹੋਈ ਤਾਂ
ਪਾਪਾ ਜੀ ਸਿਸਟਰ ਦੀ ਮੈਰਿਜ ਕੀਤੀ ਸੀ ਫੈਬ ਦੇ ਵਿੱਚ। ਉਸ ਤੋਂ ਬਾਅਦ 2-3-4 ਮਹੀਨਿਆਂ ਬਾਅਦ ਪਾਪਾ ਬਿਮਾਰ ਹੋ ਗਏ ਸੀਗੇ। ਤੇ ਉਸ ਟਾਈਮ ਮੈਂ +2 ਪਾਸ ਆਊਟ ਕੀਤੀ ਤੇ ਮੇਰੀ ਗ੍ਰੈਜੂਏਸ਼ਨ ਸ਼ੁਰੂ ਹੋਈ ਸੀ। ਤੇ ਮੈਂ ਸਟੱਡੀ ਜਿਹੜੀ ਕੀਤੀ ਉਹ ਸੁਖਪਾਲ ਸੀਨੀਅਰ ਸੈਕੰਡਰੀ ਸਕੂਲ ਉਗਾਲੇ ਤੋਂ ਕੀਤੀ ਸੀ। ਤੇ ਉੱਥੋਂ +2 ਪਾਸ ਆਊਟ ਕਰਕੇ ਫਿਰ ਮੈਂ ਕਾਲਜ 'ਚ ਜਦੋਂ ਐਂਟਰੀ ਕੀਤੀ ਤਾਂ ਫਾਦਰ ਸਾਹਿਬ ਜ਼ਿਆਦਾ ਢਿੱਲੇ ਹੋ ਗਏ। ਤੇ ਫਿਰ ਮੈਂ ਐਡਮਿਸ਼ਨ ਤਾਂ ਲੈ ਲਿਆ ਸੀ। ਫਿਰ ਮੈਂ ਸੋਚਿਆ ਵੀ ਚਲੋ ਐਡਮਿਸ਼ਨ ਤਾਂ ਲੈ ਲਿਆ, ਚਲੋ ਥੋੜੀ ਖੇਤੀ, ਉਦੋਂ ਮੈਨੂੰ ਕੁਛ ਨਹੀਂ ਪਤਾ ਸੀ ਖੇਤੀ ਹੈ ਕੀ ਚੀਜ਼ ਆ। ਤੇ ਸਮਝ ਲਓ ਕਿ ਇੱਕ ਕੋਰਾ ਕਾਗਜ਼ ਸੀ ਮੇਰੇ ਲਈ ਉਹ। ਤੇ ਫਿਰ ਮੈਂ ਸਕੂਲ ਕਾਲਜ ਵੀ ਜਾਇਆ ਕਰਨਾ, ਸ਼ਾਹਬਾਦ ਮਾਰਕੰਡਾ ਆਰਿਆ ਕੰਨਿਆ ਕਾਲਜ, ਉੱਥੇ ਮੈਂ ਆਪਣਾ ਸਟੱਡੀ ਕੀਤੀ ਸੀ। ਫਿਰ ਮੈਂ ਉਹਨਾਂ ਨਾਲ ਟੀਚਰਸ ਨਾਲ ਗੱਲ ਕੀਤੀ ਵੀ ਮੇਰੀ ਐਵੇਂ ਕਰਕੇ ਘਰੇ ਪ੍ਰੋਬਲਮ ਆ ਤੇ ਤੁਸੀਂ ਪਲੀਜ਼ ਮੇਰੀ ਹੈਲਪ ਕਰੋ ਕਿ ਮੈਂ ਹਰ ਰੋਜ਼ ਨਹੀਂ ਆ ਸਕਦੀ। ਤੇ ਉਹ ਕਹਿੰਦੇ ਚਲੋ ਕੋਈ ਨਹੀਂ, ਜੇ ਤੁਹਾਡੀ ਘਰ ਦੀ ਪ੍ਰੋਬਲਮ ਆ ਪਰ ਕਮ ਸੇ ਕਮ ਤੁਸੀਂ ਹਫਤੇ 'ਚ 1-2 ਵਾਰੀ ਕਲਾਸ ਲਾ ਲਿਆ ਕਰੋ। ਮੈਂ ਕਿਹਾ ਚਲੋ ਠੀਕ ਹੈ ਜੀ। ਫਿਰ ਮੈਂ ਉਸ ਤੋਂ ਬਾਅਦ ਕਾਲਜ ਵੀ ਜਾਇਆ ਕਰਨਾ ਕੰਟੀਨਿਊ। ਉਸ ਤੋਂ ਬਾਅਦ ਘਰੇ ਆ ਕੇ ਸਵੇਰੇ ਤੜਕੇ 4 ਵਜੇ ਉੱਠ ਜਾਇਆ ਕਰਨਾ, ਪਾਪਾ ਨੂੰ ਵੀ ਦੇਖਣਾ। ਬ੍ਰਦਰ ਚੰਡੀਗੜ੍ਹ ਸਟੱਡੀ ਕਰਦੇ ਸੀਗੇ ਤੇ ਪਾਪਾ ਮਤਲਬ ਕਿ ਪਹਿਲਾਂ ਸਾਰਾ ਸਟੱਡੀ ਦਾ ਖਰਚਾ ਪਾਪਾ ਹੀ ਇੱਥੋਂ ਹੀ ਦਿੰਦੇ ਸੀਗੇ। ਇੱਥੋਂ ਹੀ ਜਾਣਾ ਸੀ, ਖੇਤੀ ਕਰਦੇ ਸੀ, ਹੋਰ ਕੋਈ ਧੰਦਾ ਹੈ ਨਹੀਂ ਸੀਗਾ। ਤੇ ਇਹਦਾ ਇੱਕ ਡ੍ਰੀਮ ਸੀ ਬ੍ਰਦਰ ਦਾ ਕਿ ਮੈਂ ਗੌਰਮੈਂਟ ਜੌਬ ਕਰਨੀ ਆ। ਮੈਨੂੰ ਵੀ ਸੀਗਾ, ਮੈਂ ਵੀ 1-2 ਵਾਰੀ ਟਰਾਈ ਕੀਤਾ, ਪੁਲਿਸ ਵਿੱਚ ਵੀ ਕੀਤਾ, ਹੋਰ 1-2 ਜਗ੍ਹਾ। ਤੇ ਪਰ ਮੈਂ ਗਈ ਨਹੀਂ ਹੈਗੀ ਇੰਟਰਵਿਊ ਦੇਣ, ਕਿਉਂਕਿ ਮੈਨੂੰ ਇਹ ਸੀਗਾ ਕਿ ਜੇ ਮੈਂ ਇੱਥੋਂ ਮੈਂ ਚਲੀ ਗਈ ਤਾਂ ਉਹਦਾ ਡ੍ਰੀਮ ਰਹਿ ਜਾਣਾ। ਫਿਰ ਮੈਂ ਆਪਣਾ ਕੰਪਰੋਮਾਈਜ਼ ਕੀਤਾ ਵੀ ਨਹੀਂ, ਚਲੋ ਪ੍ਰਮਾਤਮਾ ਨੇ ਅੱਜ ਸਾਨੂੰ ਖੇਤੀ ਦਿੱਤੀ ਆ। ਕਿਉਂਕਿ ਮੈਨੂੰ ਕਈਆਂ ਨੇ ਇਹ ਵੀ ਕਿਹਾ ਸੀ ਕਿ ਤੁਸੀਂ ਨਾ ਜੌਬ ਕਰ ਲਓ +2 ਤੋਂ ਬਾਅਦ। +2 ਤੋਂ ਬਾਅਦ ਤੁਸੀਂ ਕਿਹੜੀ ਜੌਬ ਕਰਦੇ, ਇਹ ਵੀ ਸੋਚਣ ਵਾਲੀ ਗੱਲ ਆ। ਫਿਰ ਮੈਂ ਕਿਹਾ ਵੀ ਕਿਉਂ ਨਾ ਸਟੱਡੀ ਤਾਂ, ਅਗਰ ਮੈਂ ਅੱਜ ਸਟੱਡੀ ਕਰਦੀ ਹਾਂ ਤਾਂ ਕਮ ਸੇ ਕਮ ਲਾਈਫ ਟਾਈਮ ਮੇਰੇ ਨਾਲ ਰਹੂਗੀ। ਤੇ ਫਿਰ ਮੈਂ ਸਟੱਡੀ ਦੇ ਨਾਲ ਖੇਤੀ ਨੂੰ ਵੀ ਫਸਟ ਪ੍ਰੈਫਰੈਂਸ ਦਿੱਤੀ। ਤੇ ਖੇਤੀ ਮੈਂ ਨਾਲ ਕਰਦੀ ਸੀ। ਅਰਲੀ ਮਾਰਨਿੰਗ 4 ਵਜੇ ਉੱਠਦੀ ਸੀ ਮੈਂ, ਆਪਣਾ ਖੇਤ ਜਾਣਾ, 9 ਵਜੇ ਤੱਕ ਖੇਤ ਕੰਮ ਕਰਨਾ। ਉਸ ਤੋਂ ਬਾਅਦ ਮੈਂ ਤਿਆਰ ਹੋ ਕੇ ਬੱਸੇ ਚੜ੍ਹ ਕੇ ਆਪਣਾ ਸ਼ਾਹਬਾਦ ਕਾਲਜ ਜਾਣਾ। ਫਿਰ ਉੱਥੋਂ ਮੈਂ ਨੈਟ, ਜਿਵੇਂ ਮੇਰੇ ਲੈਕਚਰ ਖਤਮ ਹੁੰਦੇ ਸੀ, ਮੈਂ ਨਾਲ ਦੀ ਨਾਲ ਭੱਜ ਕੇ ਆਪਣਾ ਬੱਸੇ ਚੜ੍ਹਨਾ ਤੇ ਆਪਣਾ ਘਰ ਨੂੰ ਆ ਜਾਣਾ। ਆ ਕੇ ਫਿਰ ਆ ਕੇ ਕਈ ਵਾਰੀ ਰੋਟੀ ਵੀ ਨਹੀਂ ਖਾਂਦੀ ਸੀ, ਬੈਗ ਉਤਾਰਿਆ, ਕਿਉਂਕਿ ਸੀਜ਼ਨ ਦਾ ਟਾਈਮ ਹੁੰਦਾ ਸੀ, ਹਰ ਆਲਮੋਸਟ ਚੱਲਦਾ ਹੀ ਆ ਜ਼ਿਮੀਦਾਰ ਦਾ, ਇੱਕ ਫਸਲ ਗਈ ਦੂਜੀ ਸ਼ੁਰੂ। ਫਿਰ ਮੈਂ ਆਪਣਾ ਉੱਥੋਂ ਆਇਆ ਕਰਨਾ, ਆ ਕੇ ਬੈਗ ਰੱਖਣਾ ਤੇ ਸਿੱਧਾ ਖੇਤ ਚਲੇ ਜਾਇਆ ਕਰਨਾ। ਉੱਥੋਂ 4, 5, 6 ਰਾਤ ਦੇ 8 ਵੀ ਵੱਜ ਜਾਣੇ। ਮੰਮੀ ਵਿਚਾਰੀ ਨੇ ਪਿੱਛੇ ਜਾਇਆ ਕਰਨਾ, ਪੁੱਤ ਰੋਟੀ ਨਹੀਂ ਖਾਧੀ ਤੂੰ। ਫਿਰ ਮੈਂ ਕਹਿਣਾ ਮੰਮੀ ਤੂੰ ਇੱਥੇ ਫੜਾ ਜਾ, ਮੈਨੂੰ ਟਾਈਮ ਹੈ ਨਹੀਂ, ਕਿਉਂਕਿ ਲੇਬਰ ਨੇ ਵੀ ਸਵੇਰੇ ਆਉਣਾ ਵਾ। ਹੁਣ ਨਿਬੇੜੂੰਗੀ ਤਾਂ ਹੀ ਸਵੇਰੇ ਖੇਤ ਤਿਆਰ ਹੋਊਗਾ, ਤਾਂ ਹੀ ਲੇਬਰ ਆ ਕੇ ਲਾਊਗੀ, ਨਹੀਂ ਤਾਂ ਲੇਬਰ ਨਹੀਂ ਰੁਕਦੀ ਹੈਗੀ। ਫਿਰ ਉਹ ਲੰਘਦਾ ਗਿਆ ਐਵੇਂ ਥੋੜਾ ਟਾਈਮ। ਤੇ ਉਧਰੋਂ ਫਿਰ ਬ੍ਰਦਰ ਦੀ ਵੀ ਸਟੱਡੀ ਉੱਥੇ ਚੱਲਦੀ। ਪਹਿਲਾਂ ਤੋਂ ਸੋਚਿਆ ਸੀ ਵੀ ਘਰੇ ਆ ਜਾਊਗਾ ਉਹ। ਫਿਰ ਮੈਂ ਸੋਚਿਆ ਵੀ ਫਿਰ ਉਹ ਜੇ ਅੱਜ ਅਸੀਂ ਮਾੜਾ ਟਾਈਮ ਕੱਟ ਲਾਂਗੇ, ਕਮ ਸੇ ਕਮ ਆਉਣ ਵਾਲਾ ਸਮਾਂ ਤਾਂ ਅਸੀਂ ਸਾਂਭ ਲਾਂਗੇ ਨਾ। ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣੀ ਗ੍ਰੈਜੂਏਸ਼ਨ ਵੀ ਇੱਥੋਂ ਕਲੀਅਰ ਕੀਤੀ। ਤੇ ਆਪਣਾ ਖੇਤੀ ਮੇਰੀ ਚੱਲਦੀ ਰਹੀ ਨਾਲ ਦੀ ਨਾਲ। ਬੜੇ ਲੋਕਾਂ ਨੇ ਆ ਕੇ ਮੈਨੂੰ ਬੜਾ ਕੁਛ ਕਿਹਾ ਕਿ ਨਹੀਂ ਤੂੰ ਕੁੜੀ ਆ, ਤੂੰ ਨਹੀਂ ਕਰ ਸਕਦੀ, ਤੇ ਤੂੰ ਕਿਵੇਂ ਕਰੇਂਗੀ। ਕਿਉਂਕਿ ਉਸ ਟਾਈਮ ਮੇਰੇ ਕੋਲ ਨੌਕਰ ਹੁੰਦਾ ਸੀ, ਪਰ ਉਹ ਤੁਹਾਨੂੰ ਪਤਾ ਅੱਜ ਕੱਲ੍ਹ ਥੋੜਾ ਸ਼ਰਾਬ ਸ਼ੁਰੂ ਪੀਂਦੇ ਆ, ਤੇ ਇਸ ਕਰਕੇ ਮੈਨੂੰ ਇੰਨਾ ਵਧੀਆ ਨਹੀਂ ਲੱਗਦਾ ਸੀ ਵੀ ਮੈਂ ਕਿਉਂਕਿ ਉਲਟਾ ਮੈਨੂੰ ਉਹਨਾਂ ਦਾ ਨੌਕਰ ਲੱਗਣ ਵਾਲਾ ਹਿਸਾਬ ਹੋ ਜਾਂਦਾ ਸੀ। ਤੇ ਇਸ ਕਰਕੇ ਫਿਰ ਮੈਂ ਰਾਤ ਨੂੰ, ਮੰਮੀ ਮੇਰੇ ਨੇ ਸ਼ੁਰੂ ਤੋਂ ਮੇਰੀ ਬਹੁਤ ਹੈਲਪ ਕੀਤੀ, ਵਿਚਾਰੇ ਮਤਲਬ ਦਿਨ ਰਾਤ ਮੇਰੇ ਨਾਲ ਖੜੇ ਸੀਗੇ। ਪਾਪਾ ਨੂੰ ਵੀ ਸੰਭਾਲਣਾ, ਮੇਰੇ ਨਾਲ ਖੇਤ ਵੀ ਵਿਚਾਰੇ ਜਾਂਦੇ ਹੁੰਦੇ ਸੀ। ਇੱਧਰ ਸਾਡੇ ਕੋਲ 8-10 ਡੰਗਰ ਸੀਗੇ, ਉਹ ਵੀ ਸਾਹਮਣੇ। ਮਤਲਬ ਮੈਂ ਹੁਣ ਮੇਰੇ ਮੰਮਾ ਨੇ, ਅਸੀਂ ਕਈ ਵਾਰੀ 2-3 ਸਾਲ ਤਾਂ ਅਸੀਂ ਕੱਪੜਾ ਲੈ ਕੇ ਨਹੀਂ ਦੇਖਿਆ ਵੀ ਪਾਉਣ ਵਾਸਤੇ, ਜੋ ਪੁਰਾਣੇ ਸੀਗੇ ਉਹੀ ਪਾਉਂਦੇ ਰਹੇ। ਤੇ ਬ੍ਰਦਰ ਨੇ ਵੀ ਬਹੁਤ ਸਟਰਗਲ ਕੀਤਾ ਆਪਣੀ ਸਟੱਡੀ ਦੇ ਵਿੱਚ। ਵਿਚਾਰੇ ਨੇ ਮਤਲਬ ਦਿਨ ਰਾਤ ਮਿਹਨਤ ਕੀਤੀ। ਅਸੀਂ ਕੋਈ ਪੈਸਾ ਲਾਇਆ ਨਹੀਂ, ਉਹਨੇ ਆਪਣੀ ਮਿਹਨਤ ਨਾਲ ਜੌਬ ਹਾਸਲ ਕੀਤੀ। ਉਸ ਤੋਂ ਬਾਅਦ ਫਿਰ ਮੈਂ ਜਦੋਂ ਮੇਰੀ ਇੱਥੋਂ ਗ੍ਰੈਜੂਏਸ਼ਨ ਹੋ ਗਈ ਤਾਂ ਮੇਰੀਆਂ ਨਾਲ ਦੀਆਂ ਫਰੈਂਡਸ ਕਹਿੰਦੀਆਂ ਵੀ ਤੂੰ ਹੁਣ ਕੀ ਕਰਨਾ। ਤੇ ਕੋਈ ਕਾਲਜ 'ਚ ਲੱਗ ਗਈ, ਕੋਈ ਸਕੂਲ ਚਲੀ ਗਈ। ਤੇ ਮੈਂ ਫਿਰ ਸੋਚਿਆ ਵੀ ਕਿਉਂ ਨਾ ਮੈਂ ਮਾਸਟਰ ਕਰ ਲਵਾਂ। ਫਿਰ ਮੈਂ ਯੂਨੀਵਰਸਿਟੀ ਕੁਰੂਕਸ਼ੇਤਰ, ਉੱਥੇ ਮੈਂ ਆਪਣਾ ਦਿੱਤੀ ਇੰਟਰਵਿਊ, ਤੇ ਆਪਣਾ ਜਿਹੜਾ ਵੀ ਸੀ ਮੇਰਾ ਉੱਥੇ ਕਲੀਅਰ ਹੋ ਗਿਆ। ਫਿਰ ਮੇਰਾ ਉੱਥੇ ਨੰਬਰ ਪੈ ਗਿਆ ਸੀ। ਫਿਰ ਮੈਂ ਉੱਥੇ ਟੀਚਰਸ ਨਾਲ ਗੱਲ ਕੀਤੀ, ਮੈਂ ਕਿਹਾ ਵੀ ਮੇਰੀ ਘਰ ਦੀ ਬਹੁਤ ਪ੍ਰੋਬਲਮ ਚੱਲ ਰਹੀ ਆ, ਤੇ ਐਵੇਂ ਕਰਕੇ ਮੈਨੂੰ ਸਾਰਾ, ਉਹਨਾਂ ਨੂੰ ਬੜਾ ਪ੍ਰਾਊਡ ਹੋਇਆ ਕਿ ਇੱਕ ਕੁੜੀ ਹੋ ਕੇ ਇੰਨਾ ਕੰਮ ਕਰ ਰਹੀ ਆ। ਤੇ ਉਹਨਾਂ ਨੇ ਪੂਰਾ ਪਰਮਜੀਤ ਮੈਡਮ ਨੇ, ਡਾਕਟਰ ਪਰਮਜੀਤ, ਉਹਨਾਂ ਨੇ ਬਹੁਤ ਸਪੋਰਟ ਕੀਤੀ ਮੇਰੀ। ਅੱਛਾ, ਡਾਕਟਰ ਕੁਲਦੀਪ ਸਰ ਤੇ ਕਰਮਜੀਤ ਸਰ, ਮਤਲਬ ਕਾਫੀ ਟੀਚਰ ਸੀਗੇ ਜਿਨ੍ਹਾਂ ਨੇ ਪੂਰੀ ਸਪੋਰਟ ਕੀਤੀ ਮੈਨੂੰ। ਕਹਿੰਦੇ ਕੋਈ ਨਹੀਂ, ਜਿੰਨਾ ਕੁ ਤੇਰੇ ਕੋਲ ਹੁੰਦਾ ਤੂੰ ਆਪਣਾ ਪੂਰੀ ਉਹ ਕਰ। ਤੇ ਮੇਰੇ ਫਰੈਂਡਸ ਨੇ ਵੀ ਬਹੁਤ ਮੈਨੂੰ ਕੋਆਪਰੇਟ ਕੀਤਾ ਕਿ ਜਦੋਂ ਬਾਈ ਚਾਂਸ ਮੇਰੇ ਕੋਲ ਨਹੀਂ ਵੀ ਜਾਇਆ ਜਾਂਦਾ ਸੀ, ਨੋਟਸ ਨਹੀਂ ਬਣਦੇ ਸੀ, ਤਾਂ ਉਹ ਵਿਚਾਰੇ ਫਿਰ ਬਣਾ ਕੇ ਰੱਖਦੇ ਸੀ, ਜਾਂ ਮੈਨੂੰ ਕਹਿੰਦੇ ਸੀ ਅਮਰਜੀਤ ਤੂੰ ਆਪਣਾ ਰੱਖ
ਤੇ ਆਪਣਾ ਪੜ੍ਹ ਆਈ ਤੂੰ, ਤੇ ਆਪਣਾ ਜੋ ਹੋਊਗਾ ਫਿਰ ਅਸੀਂ ਕਰ ਦਾਂਗੇ ਤੇਰੀ ਥੋੜੀ ਬਹੁਤੀ। ਠੀਕ ਆ। ਤਾਂ ਜੇ ਹਰਿਆਣਾ ਦੇ ਵਿੱਚ ਗੱਲ ਕੀਤੀ ਜਾਵੇ, ਬੋਰਡ ਵੀ ਅਜਿਹਾ ਲੱਗਿਆ ਫਸਟ ਲੇਡੀ ਫਾਰਮਰ, ਤਾਂ ਮਾਣ ਮਹਿਸੂਸ ਕਿੰਨਾ ਕੁ ਹੁੰਦਾ ਜੇ ਗੱਲ ਕੀਤੀ ਜਾਵੇ ਪਿੰਡ ਵਾਲੇ, ਸ਼ਹਿਰ ਵਾਲੇ, ਜਾਂ ਮਤਲਬ ਕੋਈ ਆਉਂਦਾ ਤਾਂ ਬਾਕੀ ਤੁਹਾਡੀ ਚਰਚਾ ਸਾਰੇ ਪਾਸੇ ਹੁੰਦੀ ਹੈ ਵੀ ਉਹ ਕੁੜੀ ਆ ਇੰਨਾ ਕੰਮ ਕਰਦੀ ਹੈ ਤਾਂ ਸਭ ਕੁਝ ਸੰਭਾਲੇ। ਜਿਵੇਂ ਬਾਈ ਵੀ ਦੱਸ ਰਹੇ ਸੀ ਵੀ ਮੇਥੋਂ ਛੋਟੇ ਨੇ ਅਮਰ, ਤਾਂ ਸਾਰਾ ਕੁਝ ਉਹਨਾਂ ਨੇ ਮੇਰੀ ਸਟੱਡੀ ਦਾ ਵੀ ਦੇਖਿਆ, ਵੀ ਮੇਰੇ ਵਿਆਹ ਦਾ ਵੀ ਸਾਰਾ ਕੁਝ ਉਹਨਾਂ ਨੇ ਦੇਖਿਆ। ਜੀ ਜੀ ਹਾਂਜੀ। ਉਹ ਪਾਪਾ ਜਿਵੇਂ ਢਿੱਲੇ ਸੀਗੇ, ਚਲੋ ਪਾਪਾ ਦੀ ਵੀ ਦਵਾਈ ਪ੍ਰੋਪਰ ਅਸੀਂ ਨਾਲ ਕਰਾਉਂਦੇ ਰਹੇ, ਪਰ ਮੇਰੇ ਪਾਪਾ ਮਾਰਚ ਦੀ 8 ਤਰੀਕ ਨੂੰ ਮੇਰੇ ਪਾਪਾ ਪੂਰੇ ਹੋ ਗਏ ਸੀ। ਮੇਰੇ ਪਾਪਾ ਮੇਰੇ ਮਤਲਬ ਬਹੁਤ ਕਰਦੇ ਹੁੰਦੇ ਸੀਗੇ। ਉਹ ਮਤਲਬ ਬ੍ਰਦਰ ਜਿਹਨੂੰ ਘਰ ਆਉਂਦੇ ਸੀ, ਤੇ ਉਹ ਅਕਸਰ ਜਿਵੇਂ ਰਿਸ਼ਤੇ ਦੀ ਗੱਲ ਚੱਲਦੀ ਸੀ ਤਾਂ ਪਾਪਾ ਕਹਿੰਦੇ ਨਹੀਂ ਇਹ ਮੇਰਾ ਪੁੱਤ ਆ, ਤੇ ਤੁਸੀਂ ਨਹੀਂ ਮਤਲਬ ਕਿਉਂ ਉਹਦੇ ਮਗਰ ਪੈਂਦੇ ਹੋ। ਮਤਲਬ ਮੇਰੇ ਵਾਸਤੇ ਉਹ ਇੱਕ ਬੋਰਡ ਸੀਗੇ ਜਿਹੜੇ ਕਿ ਹੁਣ ਨਹੀਂ ਹੈਗੇ। ਕਿਤੇ ਨਾ ਕਿਤੇ ਇੱਕ ਪਿਆਰ ਹੁੰਦਾ, ਕਿਉਂਕਿ ਮਾਂ ਪਿਓ ਦਾ ਵੀ ਬੱਚਿਆਂ ਲਈ ਪਿਆਰ ਹੁੰਦਾ। ਅਕਸਰ ਅਜਿਹਾ ਸੁਣਨ ਨੂੰ ਮਿਲਦਾ ਕਿ ਪੁੱਤ ਹੀ ਕਰਦਾ ਸਾਰਾ ਕੁਝ, ਪਰ ਅਜਿਹਾ ਨਹੀਂ ਹੁੰਦਾ। ਅੱਜ ਦੇ ਸਮਾਜ ਦੇ ਵਿੱਚ ਕਈ ਅਜਿਹੀਆਂ ਧੀਆਂ ਵੀ ਹੁੰਦੀਆਂ ਨੇ ਜੋ ਕਿ ਮਾਂ ਪਿਓ ਦਾ ਨਾਮ ਹੀ ਰੋਸ਼ਨ ਨਹੀਂ, ਸਭ ਪਿੰਡ ਸ਼ਹਿਰ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਨੇ, ਹਰਿਆਣੇ ਦਾ ਨਾਮ ਰੋਸ਼ਨ ਕਰਦੇ ਨੇ। ਤਾਂ ਜਿਵੇਂ ਅਮਰਜੀਤ ਕੌਰ ਜੋ ਕਿ ਛੋਟੀ ਉਮਰ ਦੇ ਵਿੱਚ ਕਿਸਾਨੀ ਦੇ ਵਿੱਚ ਪੈਂਦੇ ਨੇ, ਫਾਰਮਿੰਗ ਕਰਦੇ ਨੇ, ਟਰੈਕਟਰ ਵਾਹੀ, ਝੋਨਾ, ਸਾਰਾ ਕੁਝ ਮਤਲਬ ਇਹ ਕਰਦੇ ਨੇ। ਤਾਂ ਅੱਜ ਫਾਦਰ ਕੋਲ ਨਹੀਂ ਹੈ ਕਿ ਦੁੱਖ ਹੈਗਾ, ਪਰ ਅਮਰ ਜੇ ਗੱਲ ਕੀਤੀ ਜਾਵੇ ਤੁਸੀਂ ਸਾਰਾ ਕੁਝ ਮੈਨੇਜ ਕਰਦੇ ਹੋ, ਸਵੇਰੇ ਪਸ਼ੂਆਂ ਨੂੰ ਵੀ ਦੇਖਣਾ, ਖੇਤ ਦਾ ਵੀ ਦੇਖਣਾ, ਲੇਬਰ ਨੂੰ ਵੀ ਦੇਖਣਾ, ਤਾਂ ਇਹ ਸਾਰਾ ਕੁਝ ਫਿਰ ਕਿਵੇਂ ਹੈਂਡਲ ਕਰਦੇ ਹੋ? ਸਟੱਡੀ ਵੀ ਤੁਸੀਂ ਕੀਤੀ ਫਿਰ? ਹਾਂਜੀ, ਮੈਂ ਮਤਲਬ ਜਦੋਂ ਯੂਨੀਵਰਸਿਟੀ ਜਾਂਦੀ ਸੀ ਉਦੋਂ ਮੈਂ ਅਰਲੀ ਮਾਰਨਿੰਗ ਉੱਠਣਾ ਹੋਰ ਵੀ ਜ਼ਿਆਦਾ, ਕਿਉਂਕਿ ਮੈਨੂੰ ਇਹ ਹੁੰਦਾ ਕਿ ਮੈਨੂੰ ਮੇਰੀ ਬੱਸ ਨਿਕਲ ਜਾਣੀ ਆ, ਕਿਉਂਕਿ ਤਿੰਨ ਬੱਸਾਂ ਮੈਨੂੰ ਬਦਲਣੀਆਂ ਪੈਂਦੀਆਂ ਸੀ। ਇੱਥੋਂ ਸ਼ਾਹਬਾਦ ਤੋਂ ਪਿਪਲੀ ਤੋਂ ਫਿਰ ਅੱਗੇ ਕੁਰੂਕਸ਼ੇਤਰ ਯੂਨੀਵਰਸਿਟੀ, ਤੇ ਕਮ ਸੇ ਕਮ 2 ਤੋਂ 2.5 ਘੰਟੇ ਬੜੇ ਆਰਾਮ ਨਾਲ ਲੱਗ ਜਾਂਦੇ ਸੀ ਜਾਂਦਿਆਂ ਹੋਇਆਂ। ਤੇ ਫਿਰ ਮੈਂ ਮਤਲਬ ਇਹ ਸੋਚਿਆ ਕਿ ਮੈਨੂੰ ਕਈ ਵਾਰੀ ਲੱਗਾ ਵੀ ਮੈਂ ਇੱਥੇ ਛੱਡ ਦਾਂ, ਵੀ ਚਲ ਖੇਤੀ ਦੇਖ ਲਾਂ, ਵੀ ਚਲੋ ਇੱਕ ਪਾਸੇ ਲੱਗ ਜਾ। ਫਿਰ ਮੈਂ ਸੋਚਿਆ ਨਹੀਂ, ਮੇਰਾ ਫਿਊਚਰ ਮਤਲਬ ਕੁਛ ਤਾਂ ਹੋਵੇ ਮੇਰੇ ਕੋਲ ਸੈਲਫ ਵਾਸਤੇ ਨਾ, ਵੀ ਮੇਰੀ ਸਟੱਡੀ ਹੋਵੇ। ਪਰ ਇਹ ਹੈ ਕਿ ਪ੍ਰਮਾਤਮਾ ਦੀ ਦਇਆ ਨਾਲ ਅਰਦਾਸ ਕੀਤੀ ਮਹਾਰਾਜ ਅੱਗੇ ਕਿ ਚਲੋ ਮਹਾਰਾਜ ਨੇ ਸਾਥ ਦਿੱਤਾ ਕਿ ਮੇਰੀ ਸਟੱਡੀ ਵੀ ਕੰਟੀਨਿਊ ਚੱਲਦੀ ਰਹੀ। ਉਹਦੇ ਨਾਲ ਬੜਾ ਸਟਰਗਲ ਦੇਖਿਆ ਲਾਈਫ ਦੇ ਵਿੱਚ। ਕਈ ਇੱਕ ਟਾਈਮ ਹੁੰਦਾ ਸੀ ਕਿ ਅਸੀਂ ਰੋਟੀ ਨਹੀਂ ਖਾਂਦੇ ਸੀ, ਐਵੇਂ ਸੋ ਜਾਂਦੇ ਸੀਗੇ। ਮਾਰਨਿੰਗ ਉੱਠ ਕੇ ਐਵੇਂ ਖੇਤ ਚਲੇ ਜਾਣਾ, ਮੈਂ ਉੱਥੋਂ ਐਵੇਂ ਹੀ ਆ ਕੇ ਤਿਆਰ ਹੋ ਕੇ ਐਵੇਂ ਯੂਨੀਵਰਸਿਟੀ ਚਲੇ ਜਾਣਾ, ਮਤਲਬ ਵੀ ਕਲਾਸਿਸ ਲਾਉਣੀਆਂ। ਤੇ ਉੱਥੇ ਸਗੋਂ ਵਿਚਾਰੇ ਫਰੈਂਡਸ ਜਿਹੜੇ ਸੀਗੇ ਉਹ ਚਾਹ ਪੀਂਦੇ ਹੁੰਦੇ ਸੀ, ਵੀ ਧੱਕੇ ਨਾਲ ਮੈਨੂੰ ਇੱਕ ਅੱਧਾ ਉਹ ਮਤਲਬ ਸਮੋਸਾ ਖਾਂਦੇ ਸੀ, ਮੈਂ ਵੀ ਨਾਲ ਖਾ ਲੈਣਾ। ਪਰ ਮੈਂ ਉਹਨਾਂ ਨੂੰ ਕਦੀ ਦੱਸਿਆ ਨਹੀਂ ਸੀ ਵੀ ਮੈਂ ਰੋਟੀ ਨਹੀਂ ਖਾਧੀ ਸਵੇਰ ਦੀ। ਤੇ ਪਰ ਉਹ ਕਈ ਵਾਰੀ ਉਹ ਜੱਜ ਕਰ ਜਾਂਦੇ ਸੀ, ਫਿਰ ਉਹ ਰੋਟੀ ਲੈ ਕੇ ਆਉਂਦੇ ਹੁੰਦੇ ਸੀ। ਮੇਰੇ ਫਰੈਂਡ ਸੀ ਇੱਕ ਗੁਰਮੁਖ ਤੇ ਜਗਦੀਪ, ਜੱਗੀ, ਤੇ ਹੋਰ 4-5 ਅਸੀਂ ਸੀਗੇ, ਕੁੜੀਆਂ ਸੀਗੀਆਂ। ਮਤਲਬ ਮੇਰਾ ਬੈਚ ਬਹੁਤ ਛੋਟਾ ਜਿਹਾ ਰਿਹਾ ਕਿਉਂਕਿ ਮੈਂ ਬਹੁਤ ਘੱਟ ਯੂਨੀਵਰਸਿਟੀ ਰੁਕਦੀ ਹੁੰਦੀ ਸੀ। ਤੇ ਉਹ ਬਹੁਤ ਮਤਲਬ ਸਪੋਰਟ ਕਰਦੇ ਸੀਗੇ ਮੈਨੂੰ। ਉਹ ਫਿਰ ਉਹ ਰੋਟੀ ਲੈ ਕੇ ਆਉਣੀ, ਉਹਨਾਂ ਨੇ ਮੈਨੂੰ ਵੀ ਰੋਟੀ ਦੇ ਦੇਣੀ, ਚੱਲ 2 ਰੋਟੀਆਂ ਤੂੰ ਖਾ ਲਾ ਤੇ ਤੂੰ ਰੋਟੀ ਨਹੀਂ ਲੈ ਗਈ। ਮੇਰੀ ਫਰੈਂਡ ਸੀ ਸੰਦੀਪ, ਉਹ ਅਮੀਨ ਤੋਂ ਸੀ ਪਿੰਡ ਤੋਂ, ਤੇ ਉਹਨੂੰ ਮੈਂ ਫੋਨ ਕਰ ਦੇਣਾ ਵੀ ਮੇਰੇ ਵਾਸਤੇ 2 ਰੋਟੀਆਂ ਲੈ ਆਈ, ਤੇ ਉਹ ਵਿਚਾਰੀ ਆਪਣੇ ਜੋਗੀ ਨਹੀਂ ਲੈ ਕੇ ਆਉਂਦੀ, ਮੇਰੇ ਵਾਸਤੇ ਲੈ ਕੇ ਆਉਂਦੀ ਹੁੰਦੀ। ਮਤਲਬ ਮਹਾਰਾਜ ਜੀ ਮੇਰੇ ਨਾਲ ਸਕੂਲ ਟਾਈਮ ਤੋਂ ਲੈ ਕੇ ਕਾਲਜ ਟਾਈਮ ਯੂਨੀਵਰਸਿਟੀ ਤੱਕ ਦੇ ਜਿਹੜੇ ਮੇਰੇ ਫਰੈਂਡਸ ਆ ਬਹੁਤ ਵਧੀਆ, ਮਤਲਬ ਇੱਕ ਰੱਬ ਰੂਪ ਨੇ ਮੇਰੇ ਲਈ। ਉਹ ਬਹੁਤ ਸਪੋਰਟ ਕੀਤਾ ਉਹਨਾਂ ਨੇ। ਤੇ ਬਾਕੀ ਚਲੋ ਮਾੜੇ ਟਾਈਮ 'ਚ ਵੀ ਨਾਲ ਖੜਦੇ ਆ ਵਿਚਾਰੇ। ਤੇ ਰਹੀ ਗੱਲ ਪਿੰਡ ਦਿਆਂ ਦੀ, ਪਿੰਡ ਦੇ ਵੀ ਬਹੁਤ ਸਪੋਰਟ ਕਰਦੇ ਆ ਮੈਨੂੰ। ਤੇ ਬਾਕੀ ਤੁਹਾਨੂੰ ਪਤਾ ਹੀ ਆ, ਜਿੱਥੇ ਤੁਸੀਂ ਥੋੜਾ ਜਿਹਾ ਤਾਂ ਵੱਧਦੇ ਹੋ, ਸਿੱਧੂ ਮੂਸੇਵਾਲੇ ਦਾ ਕਹਿਣਾ ਇੱਕ ਕੰਟਰੋਵਰਸੀ ਹੁੰਦੀ ਆ, ਤੁਸੀਂ ਕਿਤੇ ਵੀ ਚਲੇ ਜਾਓ। ਤੇ ਬਾਕੀ ਮੈਨੂੰ ਬੜਾ ਦੁੱਖ ਆ ਕਿ ਸਿੱਧੂ ਮੂਸੇਵਾਲਾ ਵੀ ਇਸ ਦੁਨੀਆ 'ਚ ਵਿਚਾਰਾ ਵੀਰ ਸਾਡਾ ਨਹੀਂ ਰਿਹਾ, ਤੇ ਉਹਦੇ ਵਰਗਾ ਇਨਸਾਨ ਇਸ ਦੁਨੀਆ ਤੇ ਨਹੀਂ ਆਉਣਾ। ਤੇ ਉਹ ਫਿਰ ਜਦੋਂ ਤੁਸੀਂ ਕਿਸੇ ਕੰਮ 'ਚ ਜਾਂਦੇ ਹੋ, ਮੈਂ ਜਦੋਂ ਖੇਤੀ ਜਿਵੇਂ ਮੇਰਾ ਫਲੋ ਚੱਲਿਆ ਕੰਮ, ਤੇ ਮੇਰੇ ਕੋਲ 15-20 ਕਿੱਲਿਆਂ ਦੀ ਖੇਤੀ ਸੀ। ਮੈਂ ਬੰਦਾ ਵੀ ਛੱਡ ਦਿੱਤਾ, ਮੈਂ ਬੰਦਾ ਵੀ ਨਹੀਂ ਰੱਖਿਆ ਸੀਗਾ, ਆਪ ਹੀ ਸਾਰਾ ਕਰਦੀ।
ਹੁਣ ਵੀ ਮੈਂ ਮਤਲਬ ਠੇਕੇ ਤੇ ਛੱਡ ਦਿੱਤੀ। ਬਾਕੀ ਮੇਰੇ ਕੋਲ 8-10 ਕਿੱਲੇ ਆਪਣੇ ਹੈਗੇ ਆ, ਤੇ ਜਿਸ 'ਚ ਮੈਂ ਗੰਨਾ ਵਗੈਰਾ ਸਾਰਾ ਆਪਣਾ ਮਤਲਬ ਮੈਂ ਖੁਦ ਸਾਰਾ ਦੇਖਦੀ ਆ, ਖੁਦ ਕਰਦੀ ਆ। ਕੋਈ ਮੇਰੇ ਕੋਲ ਹੈਲਪਰ ਨਹੀਂ ਹੈ। ਹਾਂ, ਜਿੱਥੇ ਜ਼ਰੂਰਤ ਹੁੰਦੀ ਹੈ ਵੀ ਜ਼ਿਆਦਾ ਲੇਬਰ ਦੀ ਜ਼ਰੂਰਤ ਹੁੰਦੀ, ਜਿਵੇਂ ਗੰਨਾ ਛਲਾਈ ਹੋ ਗਈ, ਆਪਣਾ ਕਟਾਈ ਹੋ ਗਈ, ਉਹ ਮਸ਼ੀਨ ਨਾਲ ਹੋ ਜਾਂਦੀ ਆ। ਜਿਵੇਂ ਹੁਣ ਝੋਨਾ ਲੱਗਦਾ ਪਿਆ, ਉਹ ਲੇਬਰ ਲਾਉਂਦੀ ਆ। ਤੇ ਬਾਕੀ ਜੋ ਵੀ ਕਰਨਾ ਉਹ ਸਾਰਾ ਮੈਂ ਖੁਦ ਹੀ ਕਰਦੀ ਆ। ਜੇ ਪਿੰਡ ਦੀ ਗੱਲ ਕੀਤੀ ਜਿਵੇਂ ਤੁਸੀਂ ਵੀ ਹੁਣ ਫਾਰਮਰ ਲੇਡੀ ਵੱਜਦੇ ਹੋ, ਅਗਰ ਜੇ ਤੁਹਾਨੂੰ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਪਿੰਡ ਦੇ ਨੇੜੇ ਹੋਵੇ ਤਾਂ ਤੁਹਾਡਾ ਨਾਮ ਕਹਿੰਦੇ ਜ਼ਰੂਰ ਆਉਂਦਾ, ਤਾਂ ਉਹਨਾਂ ਨੂੰ ਜ਼ਰੂਰ ਬੁਲਾਇਆ ਜਾਂਦਾ। ਤਾਂ ਅਜਿਹਾ ਵੀ ਹੁੰਦਾ ਜਿਵੇਂ ਖੱਟਰ ਸਾਹਿਬ ਤੱਕ PM ਸਾਹਿਬ ਤੱਕ ਪਹੁੰਚ ਹੋਈ ਹੈ? ਹਾਂਜੀ, PM ਸਾਹਿਬ ਤੱਕ ਪਹੁੰਚ ਹੋਈ ਸੀ, ਪਰ ਉਹ ਕਿਸੇ ਵਜ੍ਹਾ ਕਰਕੇ ਉੱਥੇ ਮਤਲਬ ਨਹੀਂ ਜਾ ਪਏ, ਕਿਉਂਕਿ ਲੋਕਡਾਊਨ ਆ ਗਿਆ ਸੀਗਾ। ਅਰੇਂਜ ਤਾਂ ਸਾਰਾ ਹੋ ਗਿਆ ਸੀ ਸਾਡਾ। ਫਿਰ ਖੱਟਰ ਸਾਹਿਬ ਮਤਲਬ 1-2 ਵਾਰੀ ਉਹਨਾਂ ਨੇ ਚੰਡੀਗੜ੍ਹ ਬੁਲਾਇਆ, ਉੱਥੇ ਮੀਟਿੰਗ ਸੀਗੀ, ਤੇ ਉਹਦੇ ਵਿੱਚ ਮੌਕਾ ਮਿਲਿਆ ਸੀ ਮੈਨੂੰ ਪਾਰਟਿਸਿਪੇਟ ਕਰਨ ਦਾ। ਬਾਕੀ ਐਗਰੀਕਲਚਰ ਡਿਪਾਰਟਮੈਂਟ ਹੈ ਅੰਬਾਲਾ, ਉਹ ਟਾਈਮ ਟੂ ਟਾਈਮ ਮੈਨੂੰ ਬੁਲਾਉਂਦੇ ਰਹਿੰਦੇ ਆ। ਇੱਥੇ ਤੇਪਲਾ ਹੈ ਆਪਣਾ KVK, ਤੇ ਜਦੋਂ ਵੀ ਉਹਨਾਂ ਨੂੰ ਮਤਲਬ ਲੱਗਦਾ ਵਾ ਕਿ ਹੁਣ ਅਸੀਂ ਮਤਲਬ ਉਹ ਪੂਰੀ ਹੈਲਪ ਵੀ ਕਰਦੇ ਆ, ਔਰ ਮਤਲਬ ਕਿ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਉਹ ਵੱਧ ਚੜ ਕੇ ਬੁਲਾਉਂਦੇ ਆ ਵੀ ਕੋਈ ਨਾ ਕੋਈ ਤਾਂ ਹੈ ਸਾਡੇ ਏਰੀਏ ਦੇ ਵਿੱਚ ਜੋ ਕੁਝ ਵੱਖਰਾ ਕਰਦੀ ਪਈ ਹੈ। ਇਹ ਸਾਰੀ ਸਿੱਖ ਕਿੱਥੋਂ ਮਿਲੀ? ਕਿਵੇਂ ਵੀ ਤੁਸੀਂ ਸੋਚਿਆ ਵੀ ਅਕਸਰ ਕੁੜੀਆਂ ਚਾਹੁੰਦੀਆਂ ਨੇ ਮੈਂ ਸ਼ਹਿਰ ਜਾਵਾਂ, ਮੈਂ ਚੰਗੀ ਜੌਬ ਕਰਾਂ, ਜਾਂ ਮੈਂ ਕੁਝ ਹੋਰ ਅੱਛਾ ਚੰਗਾ ਕਰਾਂ, ਜਾਂ ਫੋਰਨ ਚਲ ਜਾ, ਪਰ ਤੁਸੀਂ ਇਹੀ ਕਿਉਂ ਸੋਚਿਆ ਵੀ ਮੈਂ ਪਿੰਡ ਰਵਾਂ, ਖੇਤ ਸਾਂਭਾਂ, ਆਪਦਾ ਘਰ ਸਾਂਭਾਂ, ਸਾਰਾ ਕੁਝ? ਦੇਖੋ ਜੀ, ਜਦੋਂ ਤੁਸੀਂ ਆਪਣੇ ਮਾਂ-ਬਾਪ ਨੂੰ ਦੇਖਦੇ ਹੋ ਨਾ ਮਿਹਨਤ ਕਰਦਿਆਂ ਹੋਇਆਂ, ਕੁਦਰਤੀ ਹੀ ਤੁਹਾਡੀ ਰੂਹ 'ਚ ਵੀ ਉਹ ਚੀਜ਼ ਉਤਰ ਜਾਂਦੀ ਆ। ਤੇ ਰਹੀ ਗੱਲ ਮਿੱਟੀ ਦੀ, ਹੁਣ ਮੈਂ ਖੁਦ ਦੇਖਿਆ ਮੇਰੇ ਪਾਪਾ ਔਰ ਮੰਮੀ ਕਿੰਨੀ ਮਿਹਨਤ ਕਰਦੇ ਸੀ। ਮੈਨੂੰ ਹੁੰਦਾ ਸੀ ਕਿ ਚਲੋ ਜਿੰਨਾ ਚਿਰ ਮਤਲਬ ਮੈਂ ਹੈ ਆ ਇੱਥੇ, ਕਮ ਸੇ ਕਮ ਉਸ ਮਿੱਟੀ ਨੂੰ ਮੈਂ ਖਰੋਦ ਸਕਾਂ, ਉਸ ਮਿੱਟੀ 'ਚੋਂ ਜੋ ਮੇਰੇ ਬਾਪੂ ਨੇ ਮਿਹਨਤ ਕੀਤੀ ਆ, ਤੇ ਉਸੇ ਮਤਲਬ ਮਿੱਟੀ ਦੇ ਵਿੱਚ ਮੈਂ ਮਿਹਨਤ ਕਰਾਂ। ਮਿਲਣਾ ਤਾਂ ਆਪਾਂ ਇੱਕ ਆਖਰ ਨੂੰ ਇੱਕ ਮਿੱਟੀ 'ਚ ਹੀ ਆ, ਪਰ ਇਹ ਹੈ ਕਿ ਮਤਲਬ ਇੱਕ ਜੜ੍ਹਾਂ ਜੁੜ ਜਾਂਦੀਆਂ ਆਪਣੀਆਂ ਨਾ ਉੱਥੋਂ, ਤੇ ਉਹ ਮਤਲਬ ਮੈਨੂੰ ਹੁੰਦਾ ਸੀਗਾ। ਦੂਸਰਾ ਇਹ ਸੀ ਕਿ ਮੈਨੂੰ ਸੀ ਕਿ ਅਗਰ ਮੈਂ ਮੰਨ ਲਓ ਘਰੇ ਪ੍ਰੋਬਲਮਸ ਚੱਲਦੀਆਂ ਪਈਆਂ, ਉਹਦੇ ਵਾਸਤੇ ਅਗਰ ਮੈਂ ਜੌਬ ਕਰਨ ਵੀ ਜਾਵਾਂ, ਹੱਦ ਕਿੰਨੀ ਕੁ 5000 6000, ਹੱਦ 10000 ਮਿਲ ਜੂਗਾ, ਪਰ 10000 ਨਾਲ ਮੇਰਾ ਘਰ ਨਹੀਂ ਚੱਲਣਾ, ਕਿਉਂਕਿ ਪਾਪਾ ਬਿਮਾਰ ਹੋਣ ਤੇ ਪੈਸਾ ਬਹੁਤ ਲੱਗਦਾ ਪਿਆ ਸੀ। ਅਗਰ ਜ਼ਿਮੀਂਦਾਰ ਦੀ ਗੱਲ ਕਰੋ ਤੇ ਜ਼ਿਮੀਂਦਾਰ ਆੜਤੀ ਤੋਂ ਲੈ ਸਕਦਾ ਪੈਸਾ, ਆੜਤੀ ਤੋਂ ਧਾਰਾ ਚੱਕ ਸਕਦਾ, ਆੜਤੀ ਤੁਹਾਨੂੰ 6 ਮਹੀਨੇ ਦੀ ਧਾਰਾ ਦੇ ਦੂਗਾ, ਪਰ ਜੇ ਮੈਂ ਕਿਤੇ ਜੌਬ ਕਰਦੀ ਤਾਂ ਉੱਥੋਂ ਮੈਨੂੰ 6 ਮਹੀਨੇ ਦਾ ਧਾਰਾ ਨਹੀਂ ਮਿਲਣਾ ਸੀ। ਫਿਰ ਇਹ ਚੀਜ਼ਾਂ ਮੈਂ ਦੇਖੀਆਂ, ਮੈਂ ਸੋਚੀਆਂ, ਮੈਂ ਕਿਹਾ ਵੀ ਨਹੀਂ, ਮੈਨੂੰ ਮਤਲਬ ਮੈਂ ਖੇਤੀ 'ਚ ਹੀ ਜਾਵਾਂ ਤਾਂ ਜੋ ਮੇਰੇ ਘਰ ਨੂੰ ਸਪੋਰਟ ਮਿਲੇ, ਮੇਰਾ ਘਰ ਬਚ ਜਾਵੇ, ਮੇਰਾ ਘਰ ਘੇਰੂ ਨਾ ਹੋਵੇ, ਕਿਉਂਕਿ ਤੁਹਾਨੂੰ ਪਤਾ ਜਦੋਂ ਮਾੜਾ ਟਾਈਮ ਹੁੰਦਾ ਕੋਈ ਨਹੀਂ ਖੜਦਾ ਨਾਲ, ਸਿਵਾਏ ਉਸ ਪਰਮਾਤਮਾ ਤੋਂ। ਅਜਿਹਾ ਕੋਈ ਸਮਾਂ ਹੋਇਆ ਵੀ ਕਦੇ ਮਾੜਾ ਟਾਈਮ ਆ ਗਿਆ ਹੋਵੇ ਤਾਂ ਸਾਰੇ ਨੇ ਹੱਥ ਖੜੇ ਕਰਤੇ ਹੋਣ? ਹਾਂਜੀ, ਆਇਆ ਸੀਗਾ ਸਮਾਂ। ਮੇਰੇ ਪਾਪਾ ਮੈਂਟਲੀ ਕੁਝ ਜ਼ਿਆਦਾ ਹੋ ਗਏ ਸੀਗੇ, ਤੇ ਤੁਹਾਨੂੰ ਪਤਾ ਹੀ ਹੈ ਜ਼ਿਮੀਂਦਾਰਾਂ ਦੀਆਂ ਦਵਾਈਆਂ ਵਗੈਰਾ ਪਈਆਂ ਰਹਿੰਦੀਆਂ। ਹਜੇ ਅਸੀਂ ਉਹ ਲੋਕਰ 'ਚ ਰੱਖੀਆਂ ਹੋਈਆਂ ਸੀ, ਸਾਰਾ ਲੋਕ ਵਗੈਰਾ ਲਗਾ ਕੇ, ਪਰ ਉਹਨਾਂ ਨੇ ਦਵਾਈ ਪੀ ਲਈ ਤੇ ਸਾਨੂੰ ਬੜੀ ਮੁਸ਼ਕਲ ਨਾਲ ਜਦੋਂ ਪਤਾ ਲੱਗਾ, ਫਿਰ ਉਧਰੋਂ ਬ੍ਰਦਰ ਖੇਤ ਗਏ ਹੋਏ ਸੀਗੇ, ਤੇ ਇਹਨਾਂ ਨੂੰ ਦਵਾਈ ਚੜ ਗਈ, ਚਾਹ ਪੱਤੀ ਇਹ ਖੇਤ 'ਚ ਪਾਉਂਦੇ ਸੀਗੇ। ਉਧਰੋਂ ਪਾਪਾ ਹਸਪੀਟਲ ਦੇ ਵਿੱਚ, ਉਧਰੋਂ ਬ੍ਰਦਰ। ਤਾਂ ਉਸ ਟਾਈਮ ਮਤਲਬ ਇੱਧਰ ਸਾਡੇ ਲਾਗੇ ਹੁੰਦੇ ਆ ਬ੍ਰਦਰ, ਵਿਜੇ, ਉਹ ਲੈ ਕੇ ਆਏ ਸੀ ਗੱਡੀ। ਬਾਕੀ ਮਤਲਬ ਕੋਈ ਵੀ ਇੰਨਾ 1-2 ਪਰਸਨ ਹੋਰ ਆਏ ਸੀਗੇ ਜਿਨ੍ਹਾਂ ਨੇ ਹੈਲਪ ਕੀਤੀ, ਅਦਰਵਾਈਜ਼ ਕੋਈ ਪਰਸਨ ਆਇਆ ਨਹੀਂ, ਸਾਰੇ ਖੜ ਕੇ ਸਾਹਮਣੇ ਤਮਾਸ਼ਾ ਦੇਖ ਰਹੇ ਸੀਗੇ। ਤੇ ਥੋੜਾ ਟਾਈਮ ਹੀ ਹੋਇਆ ਹਜੇ ਮੇਰਾ ਇਨਸੀਡੈਂਸ ਹੋਇਆ ਵਾ ਕਿ ਪਿੰਡ ਦੇ ਹੀ ਲੋਕ ਮੇਰੇ ਵਿਰੁੱਧ ਖੜ ਗਏ, ਔਰ ਉਹਨਾਂ ਨੇ ਮੇਰੇ ਨਾਲ ਧੱਕਾਸ਼ਾਹੀ ਕੀਤੀ, ਮਾਰ ਕੁੱਟ ਕੀਤੀ। ਮਤਲਬ ਮੈਨੂੰ ਸ਼ਰਮ ਆਉਂਦੀ ਆ ਕਿ ਭਾਈ ਤੁਸੀਂ ਇਹੋ ਜਿਹੀ ਨੀਚ ਹਰਕਤ ਕਿਸ ਲਈ ਕਰ ਰਹੇ ਹੋ, ਤੁਸੀਂ ਸੋਚ ਵੱਡੀ ਰੱਖੋ। ਜਦਕਿ ਮੇਰਾ ਕੋਈ ਕਸੂਰ ਨਹੀਂ ਸੀਗਾ, ਬਿਨਾਂ ਮਤਲਬ ਤੋਂ ਕਿ ਇਹ ਕੁੜੀ ਹੈ ਵੱਧ ਰਹੀ ਆ, ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾਇਆ ਜਾਵੇ। ਹਾਂਜੀ, ਮਤਲਬ ਆਵਾਜ਼ ਨਾ ਚੁੱਕੀ ਜਾਵੇ। ਅਗਰ ਜੇ ਪਿੰਡ ਦੇ ਵਿੱਚ, ਅਗਰ ਜੇ ਸ਼ਹਿਰ ਦੇ ਵਿੱਚ ਕੋਈ ਆਵਾਜ਼ ਫੇਮਸ ਹੋ ਰਹੀ ਹੈ ਅਮਰਜੀਤ ਕੌਰ ਦੀ, ਤਾਂ ਉਹਨੂੰ ਦਬਾਇਆ ਲੈ ਜਾਵੇ ਵੀ ਇਹਨੂੰ ਨਾ ਬੁਲਾਉਣ ਕਿਸੇ ਪ੍ਰੋਗਰਾਮ ਦੇ ਵਿੱਚ। ਅਜਿਹਾ ਹੋ ਰਿਹਾ। ਪਰ ਹੁਣ ਕਿਵੇਂ ਮਾਹੌਲ ਚੱਲ ਰਿਹਾ ਘਰ ਦਾ? ਜੇ ਹੁਣ ਵੀ ਤੁਸੀਂ ਖੇਤ ਦੇ ਵਿੱਚ ਜਿਵੇਂ ਕੰਮ ਕੀਤਾ, ਝੋਨਾ ਲਾਇਆ, ਪੱਠੇ ਵੱਢੇ, ਤਾਂ ਹੋਰ ਵੀ ਸਾਰਾ ਕੁਝ ਕਰਦੇ ਹੋ, ਹੁਣ ਵੀ ਸਾਰਾ ਕੁਝ ਕਰਕੇ ਆਏ, ਤਾਂ ਫਿਰ ਰੋਟੀ ਵਗੈਰਾ ਵੀ ਤੁਸੀਂ ਆਪ ਹੀ ਤਿਆਰ ਕਰਦੇ ਹੋ ਘਰ? ਹਾਂਜੀ, ਮੇਰੇ ਭਾਬੀ ਨੇ, ਬ੍ਰਦਰ ਦੀ ਮੈਰਿਜ ਹੋਈ ਆ, ਭਤੀਜਾ ਛੋਟਾ ਜਿਹਾ ਮੇਰਾ ਆਦਰੂਪ, ਤੇ ਪ੍ਰਭਜੋਤ ਕੌਰ ਨੇ ਮੇਰੇ ਭਾਬੀ, ਉਹ ਘਰੇ ਕਰ ਲੈਂਦੇ, ਮੰਮੀ ਕਰ ਲੈਂਦੇ ਆ। ਅਗਰ ਉਹ ਬਾਈ ਚਾਂਸ ਜਿਵੇਂ ਹੁਣ ਉਹ ਆਪਣੇ ਪੇਕੇ ਵਗੈਰਾ ਚਲੇ ਜਾਂਦੇ, ਪਿੱਛੋਂ ਮੰਮੀ ਨਾਲ ਮੈਂ ਸਾਰਾ ਕਰਾ ਦਿੰਦੀ ਆ, ਤੇ ਮੈਂ ਖੇਤ ਵੀ ਕਰਾਉਣੀ ਆ ਬ੍ਰਦਰ ਦੇ ਨਾਲ ਸਾਰਾ। ਤੇ ਹੁਣ ਵੀ ਮੈਂ ਆਪਣਾ ਸੁੱਕਾ ਕੱਦੂ ਜਿਹੜਾ, ਤੇ ਉਹ ਮਤਲਬ ਮੈਂ ਕਰਕੇ ਇੱਕ ਨਵੇਂ ਢੰਗ ਨਾਲ ਡਾਕਟਰ ਦਲੇਰ ਸਿੰਘ ਜੀ ਦੇ ਕਹਿਣ ਤੇ ਉੱਥੋਂ ਪ੍ਰੇਰਿਤ ਹੋ ਕੇ ਤੇ ਮੈਂ ਹੁਣ ਸ਼ੁਰੂ ਕੀਤਾ ਆਪਣਾ
ਕਿ ਮੈਂ ਨਵੇਂ ਤਰੀਕੇ ਦੇ ਨਾਲ ਥੋੜਾ ਜਿਹਾ ਵੱਖਰਾ ਬਾਕੀਆਂ ਨਾਲੋਂ ਇੱਕ ਨਵੀਂ ਫਸਲ ਨੂੰ ਸ਼ੁਰੂ ਕੀਤਾ ਜਾਵੇ। ਵੱਖਰਾ ਕੀਤਾ ਜਾਵੇ, ਅਜਿਹੀ ਜਿਹੜੀ ਇਹਨਾਂ ਨੇ ਸੋਚ ਹੈ, ਕਿਉਂਕਿ ਖੇਤ ਦੇ ਵਿੱਚ ਇਹਨਾਂ ਨੇ ਇਸ ਵਾਰ ਕਈ ਵਾਰ ਤਾਂ ਹੁੰਦਾ ਪਾਣੀ ਦੀ ਬਚਤ ਦੀ, ਹੁਣ ਪੰਜਾਬ 'ਚ ਵੀ ਕਾਫੀ ਹੋ ਰਿਹਾ ਵੀ ਪਾਣੀ ਬਚਾਇਆ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ। ਆਮ ਆਦਮੀ ਪਾਰਟੀ ਕਾਫੀ ਜ਼ੋਰ ਦੇ ਉੱਤੇ ਚੱਲੀ ਜਾ ਰਹੀ ਹੈ, ਤਾਂ ਇਸ ਦੇ ਉੱਤੇ ਇਹਨਾਂ ਨੇ ਇੱਕ ਸਕੀਮ ਕੀਤੀ ਹੈ। ਇਹ ਪਾਣੀ ਵਾਲਾ ਕਿਵੇਂ ਕੀਤਾ, ਤਾਂ ਅਸੀਂ ਤੁਹਾਡੇ ਬ੍ਰਦਰ ਨਾਲ ਵੀ ਗੱਲ ਕਰਾਂਗੇ। ਤਾਂ ਇਹ ਕਿਵੇਂ ਸੋਚਿਆ ਸੀ ਇਹ ਕਨਸੈਪਟ ਵੀ ਪਾਣੀ ਇਸ ਤਰ੍ਹਾਂ ਬਚਾਇਆ ਜਾ ਸਕਦਾ? ਉਹ ਇਦਾਂ ਸੀ ਕਿ ਮੈਂ ਫੇਸਬੁੱਕ ਤੇ ਦੇਖਦੀ ਹੁੰਦੀ ਸੀ ਤੇ ਡਾਕਟਰ ਦਲੇਰ ਸਿੰਘ ਦੀਆਂ ਵੀਡੀਓਜ਼ ਦੇਖੀਆਂ ਸੀ ਮੈਂ, ਜਿਹੜੇ ਐਗਰੀਕਲਚਰ ਯੂਨੀਵਰਸਿਟੀ ਤੋਂ ਆਉਂਦੇ। ਤੇ ਫਿਰ ਮੈਂ ਦੇਖਿਆ, ਫਿਰ ਪਿਛਲੇ ਸਾਲ ਮੈਂ ਇਹਦੇ ਉੱਪਰ ਵੱਟਾਂ ਤੇ ਝੋਨਾ ਲਾਇਆ, ਬੜਾ ਵਧੀਆ ਮੈਨੂੰ ਰਿਜ਼ਲਟ ਮਿਲਿਆ ਉਹਦਾ। ਕਿਉਂਕਿ ਨਾਰਮਲ ਸਾਡੇ ਇੱਧਰ ਕੀ ਹੁੰਦਾ ਕਿ ਲਗਭਗ 26 ਜਾਂ 28 ਕੁਇੰਟਲ ਦੀ ਐਵਰੇਜ ਆਉਂਦੀ ਆ, ਪਰ ਜਦੋਂ ਮੈਂ ਵੱਟਾਂ ਤੇ ਝੋਨਾ ਲਾਇਆ ਤਾਂ ਮੇਰੀ 30+30 ਦੇ ਲਗਭਗ ਐਵਰੇਜ ਆਈ ਸੀ। ਮਤਲਬ ਮੈਨੂੰ ਬੜਾ ਵਧੀਆ ਲੱਗਾ। ਉਸ ਤੋਂ ਬਾਅਦ ਫਿਰ ਮੈਂ ਇੱਕ ਹੋਰ ਦੇਖਿਆ ਸਰ ਦਾ ਕਿ ਤੁਸੀਂ ਇਸ ਤੋਂ ਇਲਾਵਾ ਨਵੇਂ ਕਨਸੈਪਟ ਤੇ ਵੀ ਕੰਮ ਕਰ ਸਕਦੇ ਹੋ, ਜਿਵੇਂ ਕਿ ਆਪਣਾ ਸੁੱਕਾ ਕੱਦੂ ਹੋ ਗਿਆ। ਫਿਰ ਮੈਂ ਉਹਦੇ ਉੱਪਰ ਕੰਮ ਕੀਤਾ, ਉਹ ਦੇਖਿਆ ਸਾਰਾ, ਤਾਂ ਮੈਨੂੰ ਬੜਾ ਵਧੀਆ ਲੱਗਾ। ਕਿਉਂਕਿ ਉਹਦੇ ਵਿੱਚ ਕੀ ਸੀ ਕਿ ਤੁਸੀਂ ਖੇਤ ਤਿਆਰ ਕਰਨਾ, ਖੇਤ ਤਿਆਰ ਕਰਕੇ ਭੁੱਲ ਜਾਓ, ਪਾਣੀ ਦਿਓ ਲਾ। ਉੱਦਾਂ ਨੋਰਮਲ ਕੀ ਹੁੰਦਾ ਕਿ ਤੁਸੀਂ 8 ਤੋਂ 10 ਘੰਟਿਆਂ ਦੇ ਵਿੱਚ ਕਮ ਸੇ ਕਮ ਤੁਹਾਨੂੰ ਹੋ ਸਕਦਾ, ਜਿਵੇਂ ਗਰਮੀ ਪੈ ਰਹੀ ਆ, ਕਿ ਤੁਹਾਨੂੰ 2-2 ਦਿਨ ਵੀ ਪਾਣੀ ਲਾਉਣਾ ਪਵੇ ਤਾਂ ਤੁਹਾਡਾ ਖੇਤ ਭਰੂਗਾ। ਫਿਰ ਤੁਸੀਂ ਕੱਦ ਕਰੋਗੇ, ਫਿਰ ਪਾਣੀ ਲਾਓਗੇ, ਮਤਲਬ ਪ੍ਰੋਸੈਸ ਥੋੜਾ ਲੰਬਾ ਔਰ ਪਾਣੀ ਵੀ ਜ਼ਿਆਦਾ ਲੱਗਦਾ। ਇਹ ਆਈਡੀਆ ਤੁਹਾਡਾ ਸੀ, ਸੋਚਿਆ ਸੀ ਵੀ ਇਸ ਤਰ੍ਹਾਂ ਕਰ ਲਈਏ, ਜਿਵੇਂ ਸਿੱਧੀ ਬਿਜਾਈ ਦਾ ਇੱਕ ਹੁੰਦਾ, ਉਸ ਤੋਂ ਹਟ ਕੇ ਕੀਤਾ ਗਿਆ ਕਿ ਯੂਨੀਵਰਸਿਟੀ ਦੇ ਵੱਲੋਂ, ਜਿਵੇਂ ਤੁਸੀਂ ਡਾਕਟਰ ਸਾਹਿਬ ਦਾ ਕਹਿ ਰਹੇ ਹੋ, ਉਹਨਾਂ ਨੇ? ਐਕਚੁਅਲੀ ਮੈਂ ਨਾ ਕੁਝ ਸੋਚ ਰਹੀ ਸੀ ਕਿ ਕੁਝ ਨਵਾਂ ਹੋਵੇ ਜਿਹਨੂੰ ਕਿ ਅਸੀਂ ਅਡਾਪਟ ਕਰ ਸਕੀਏ, ਬਟ ਪ੍ਰਮਾਤਮਾ ਦੀ ਦਇਆ ਦਾ ਸਦਕਾ ਕਿ ਸਰ ਨੇ ਇਹ ਚੀਜ਼ ਨੂੰ ਰਿਸਰਚ ਕਰ ਚੁੱਕੇ ਸੀਗੇ। ਫਿਰ ਮੈਂ ਉਹ ਚੀਜ਼ ਦੇਖੀ, ਮੈਨੂੰ ਬੜਾ ਵਧੀਆ ਲੱਗਾ, ਤਾਂ ਉਹਦੇ ਉੱਪਰ ਫਿਰ ਮੈਂ ਕੰਮ ਕੀਤਾ। ਜਦਕਿ ਮੈਨੂੰ ਸਾਰਿਆਂ ਨੇ ਆ ਕੇ ਔਰ ਫੇਸਬੁੱਕ ਤੇ ਜਦੋਂ ਮੈਂ ਪਾਇਆ ਤਾਂ ਮੈਨੂੰ ਕਹਿੰਦੇ ਜੀ ਮੈਡਮ ਤੁਹਾਡੇ ਵੱਸ ਦਾ ਨਹੀਂ ਹੈਗਾ, ਤੁਸੀਂ ਰਹਿਣ ਦਿਓ। ਮੈਂ ਕਿਹਾ ਬੰਦਾ ਦੁਨੀਆ ਤੇ ਆਇਆ, ਸਭ ਕੁਝ ਹੈ ਨਹੀਂ ਵੀ ਬੰਦੇ ਦੇ ਵੱਸ ਨਾ ਹੋਵੇ। ਤੇ ਫਿਰ ਮੈਂ ਦੇਖਿਆ ਸਾਰਾ, ਸਰ ਦੀਆਂ ਵੀਡੀਓਜ਼ ਦੇਖੀਆਂ। ਮੈਂ ਮਤਲਬ ਇੰਨਾ ਉਹ ਨਹੀਂ ਕੀਤਾ, ਪਰ ਮੈਨੂੰ ਬੜਾ ਵਧੀਆ ਲੱਗਾ ਕਿ ਨਹੀਂ, ਕੁਝ ਨਵਾਂ ਕੀਤਾ ਜਾਵੇ। ਚਲੋ ਜ਼ਿਆਦਾ ਵੱਡੇ ਪੱਧਰ ਤੇ ਨਹੀਂ, ਛੋਟੇ ਪੱਧਰ ਤੇ ਤਾਂ ਕੀਤਾ ਜਾਵੇ। ਹਾਂਜੀ, ਸੋਚ ਬਦਲੀ। ਤਾਂ ਇਹਨਾਂ ਨੇ ਹੁਣ ਅਸੀਂ ਦੇਖ ਕੇ ਵੀ ਆਏ ਤਾਂ ਖੇਤ ਦੇ ਵਿੱਚ ਉਸੇ ਤਰ੍ਹਾਂ ਵਾਹ ਕੇ, ਸੁਹਾਗਾ ਮਾਰ ਕੇ, ਪਾਣੀ ਲਾ ਕੇ ਸਿੱਧਾ ਝੋਨਾ ਲਾਇਆ ਜਾ ਰਿਹਾ। ਸਾਡੇ ਨਾਲ ਡਾਕਟਰ ਜਸਵੰਤ ਸਿੰਘ ਜੀ ਨੇ, ਸਰਕਾਰੀ ਟੀਚਰ ਵੀ ਨੇ, ਤਾਂ ਚੰਡੀਗੜ੍ਹ ਕਰਦੇ ਨੇ ਸਟੱਡੀ, ਉੱਥੇ ਮਾਫ ਕਰਨਾ, ਉੱਥੇ ਪੜ੍ਹਾਉਂਦੇ ਨੇ ਬੱਚਿਆਂ ਨੂੰ। ਇਹਨਾਂ ਦੇ ਬ੍ਰਦਰ ਨੇ ਜਸਵੰਤ ਸਿੰਘ ਜੀ, ਜਿਵੇਂ ਦੱਸ ਰਹੇ ਸੀ ਅਮਰਜੀਤ ਕੌਰ, ਬਹੁਤ ਸੰਘਰਸ਼ ਕੀਤਾ ਇਹਨਾਂ ਨੇ। ਜਿਵੇਂ ਤੁਸੀਂ ਦੱਸਿਆ ਸੀ, ਮੈਨੂੰ ਪੜ੍ਹਾਇਆ, ਸਾਰਾ ਕੁਝ ਕੀਤਾ, ਛੋਟੇ ਹੁੰਦੇ ਨਾਤੇ ਵੱਡੇ ਭਰਾ ਨੂੰ ਪੜ੍ਹਾਉਂਦੇ ਨੇ। ਤਾਂ ਕਿਵੇਂ ਦਾ ਮਾਹੌਲ ਰਹਿੰਦਾ ਸੀ ਸਾਰਾ ਘਰ? ਮਾਹੌਲ ਇਦਾਂ ਕਿ ਕਹਿੰਦੇ ਕਿ ਭਾਈ ਜਿਹੜੇ ਹੈਗੇ ਨਾ ਉਹ ਬਾਹਾਂ ਹੁੰਦੀਆਂ, ਤਾਂ ਇਹ ਮੇਰਾ ਇੱਕ ਛੋਟਾ ਭਾਈ ਕਹਿ ਲਓ, ਪਰ ਮੈਂ ਇਹਨੂੰ ਵੱਡਾ ਭਾਈ ਕਹੂੰਗਾ, ਕਿਉਂਕਿ ਜਿਹਨੇ ਮੈਨੂੰ ਪੜ੍ਹਾ ਕੇ ਇੱਥੋਂ ਤੱਕ ਪਹੁੰਚਾਇਆ, ਮੇਰੀ ਮੈਰਿਜ ਕਰਾਈ, ਘਰ ਦੇ ਸਾਰੇ ਸਿਸਟਮ ਨੂੰ ਜਿਹਨੇ ਸਾਂਭਿਆ। ਕਿਉਂਕਿ ਜ਼ਿੰਦਗੀ ਦੇ ਵਿੱਚ ਦੌਰ ਇਹੋ ਜਿਹਾ ਵੀ ਚੱਲਿਆ ਕਿ ਅਸੀਂ ਰੋਟੀ ਤੋਂ ਵੀ ਮੁਹਤਾਜ ਹੋਣ ਵਾਲੇ ਹੋ ਗਏ। ਆਰਥਿਕ ਸਥਿਤੀ ਇੰਨੀ ਕਮਜ਼ੋਰ ਹੋ ਗਈ ਕਿ ਫੀਸ ਦੇਣੀ ਆ ਤਾਂ ਕਿੱਦਾਂ ਦਿੱਤੀ ਜਾਊਗੀ, ਤੇ ਘਰ ਨੂੰ ਸਾਂਭਣ ਵਾਲਾ ਕੋਈ ਨਹੀਂ ਸੀਗਾ। ਉਸ ਚੀਜ਼ ਨੂੰ ਦੇਖਦੇ ਗੁੜੀਆਂ ਨੇ ਬੜਾ ਹਿੰਮਤ ਕਰਕੇ ਇਸ ਘਰ ਨੂੰ ਸਾਂਭਿਆ। ਇਹਦੇ ਸਾਰੇ ਜਿੰਨਾ ਵੀ ਫਾਈਨੈਂਸ਼ੀਅਲ ਕੰਮ ਹੈਗਾ ਉਹ ਸਾਰਾ ਗੁੜੀਆ ਦੇਖਦੀ, ਅੱਜ ਤੱਕ ਇਹੀ ਦੇਖਦੀ ਆ। ਘਰ ਦਾ ਮੋਢੀ ਗੁੜੀਆ ਹੈਗੀ ਆ, ਠੀਕ ਹੈ ਨਾ। ਕਈ ਵਾਰੀ ਮੈਂ ਸੋਚਦਾ ਵੀ ਘਰੇ ਗੱਲ ਵੀ ਕਰਦਾ ਕਿ ਜਿਸ ਦਿਨ ਇਹਦੀ ਮੈਰਿਜ ਹੋ ਗਈ ਤਾਂ ਬੜਾ ਔਖਾ ਹੋਣਾ ਸਾਨੂੰ ਉਸ ਤੋਂ ਬਾਅਦ ਇਸ ਚੀਜ਼ ਨੂੰ ਸਮਝਾਉਣਾ, ਇਸ ਚੀਜ਼ ਨੂੰ ਲੈ ਕੇ ਚੱਲਣਾ। ਪਰ ਇਹਨੇ ਬੜੀ ਵੱਡੀ ਮਹਾਰਤ ਹਾਸਲ ਕੀਤੀ ਹੈ, ਕੁੜੀ ਹੋ ਕੇ ਲੋਕਾਂ ਦੇ ਲਈ, ਮੁੰਡਿਆਂ ਦੇ ਲਈ ਖਾਸ ਤੌਰ ਦੇ ਉੱਤੇ ਇੱਕ ਐਗਜ਼ਾਮਪਲ ਬਣੀ ਆ ਕਿ ਸਾਡੇ ਮੁੰਡੇ ਅੱਜ ਬਾਹਰ ਨੂੰ ਜਾ ਰਹੇ ਆ, ਠੀਕ ਹੈ ਨਾ। ਹਰ ਕਿਸੇ ਦਾ ਰੁਝਾਨ ਬਾਹਰ ਦਾ ਹੋ ਗਿਆ, ਲੇਕਿਨ ਨਹੀਂ, ਅਸੀਂ ਖੇਤੀ ਦੇ ਵਿੱਚ ਬੜਾ ਕੁਝ ਕਰ ਸਕਦੇ ਹਾਂ। ਜੇ ਕੁੜੀ ਹੋ ਕੇ ਇਹ ਇੰਨਾ ਕੁਝ ਕਰ ਸਕਦੀ ਆ ਤਾਂ ਮੁੰਡੇ ਕਿਉਂ ਨਹੀਂ ਕਰ ਸਕਦੇ? ਕਿੰਨਾ ਫੀਲ ਹੁੰਦਾ ਜੇ ਗੱਲ ਕੀਤੀ ਜਾਵੇ, ਕਿਉਂਕਿ ਇਹਨਾਂ ਨੇ ਅਗਰ ਜੇ ਸੋਚਦੇ ਆ, ਕੁੜੀਆਂ ਅਕਸਰ ਸੋਚਦੀਆਂ ਨੇ ਅਸੀਂ ਬਾਹਰ ਜਾਈਏ, ਚੰਗਾ ਪੜ੍ਹੀਏ, ਚੰਗਾ ਲਿਖੀਏ, ਚੰਗਾ ਪਹਿਨੀਏ। ਤਾਂ ਜਿਵੇਂ ਦੱਸ ਰਹੇ ਸੀ, ਮੈਂ ਤੇ ਮੇਰੀ ਮਾਂ ਨੇ ਕਦੇ ਕੱਪੜੇ ਵੀ ਨਹੀਂ ਪਾਏ, 3-3 4 ਸਾਲ ਵੀ ਚੱਜ ਦੇ ਕੱਪੜੇ ਨਹੀਂ ਪਾਏ। ਹਾਂ, ਉਹੀ ਮੈਂ ਦੱਸ ਰਿਹਾ, ਆਰਥਿਕ ਕੰਡੀਸ਼ਨ ਇਹੋ ਜਿਹੀ ਹੋ ਗਈ ਕਿ ਸਾਡੇ ਕੋਲ ਇੰਨਾ ਇਨਕਮ ਦਾ ਸੋਰਸ ਹੀ ਨਹੀਂ ਸੀਗਾ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਸਕੀਏ, ਠੀਕ ਹੈ ਨਾ। ਲੇਕਿਨ ਅਸੀਂ ਪੁਰਾਣੀਆਂ ਚੀਜ਼ਾਂ ਦੇ ਨਾਲ ਉਹਨਾਂ ਚੀਜ਼ਾਂ ਨੂੰ ਲਿਆ। ਜਿੱਥੇ ਗੱਲ ਕਰਦੇ ਹਾਂ ਕਿ ਲੋਕਾਂ ਦੇ ਲਈ ਇੱਕ ਬੜਾ ਇੱਕ ਐਗਜ਼ਾਮਪਲ ਸੈੱਟ ਕੀਤਾ ਇਹਨੇ। ਪਹਿਲਾਂ ਬਾਈਕ ਚਲਾਉਂਦੀ ਸੀ, ਬੜੀਆਂ ਕੁੜੀਆਂ ਸਾਡੇ ਪਿੰਡ ਦੀਆਂ ਇਹਨੂੰ ਦੇਖ ਕੇ ਵੀ ਕੁੜੀ ਹੋ ਕੇ ਬਾਈਕ ਚਲਾ ਰਹੀ ਹੈ, ਤਾਂ ਬਾਈਕ ਸਿੱਖੀ। ਹੁਣ ਸਾਡੇ ਪਿੰਡ ਦੇ ਲਾਗੇ ਤੱਕ ਬਹੁਤ ਕੁੜੀਆਂ ਜਿਹੜੀਆਂ ਟਰੈਕਟਰ ਚਲਾਉਣ ਲੱਗ ਗਈਆਂ ਇਹਨੂੰ ਦੇਖ ਕੇ। ਇਹਨੂੰ ਕਹਿੰਦੇ ਕਿ ਅਸੀਂ ਇੰਸਪੀਰੇਸ਼ਨ ਜਿਹੜੀ ਹੁੰਦੀ ਆ ਨਾ ਦੇਖ ਕੇ, ਤਾਂ ਗੁੜੀਆਂ ਨੂੰ ਦੇਖਿਆ। ਹੁਣ ਵੀ ਜਾਂਦੇ ਆ ਤਾਂ ਕੋਈ ਮੈਨੂੰ ਮੇਰੇ ਨਾਮ ਤੋਂ ਨਹੀਂ ਜਾਣਦਾ, ਜਾਂ ਮੇਰੇ ਫਾਦਰ ਸਾਹਿਬ ਜਾਂ ਗੁੜੀਆ ਦੇ ਨਾਮ ਤੋਂ ਜਾਣਦੇ ਆ ਕਿ ਉਹ ਗੁੜੀਆ ਜਿਹੜੀ ਖੇਤੀ ਕਰਦੀ ਆ ਅਮਰਜੀਤ, ਤੇ ਉਹਦੇ ਘਰੇ ਜਾਣਾ ਹੈਗਾ, ਠੀਕ ਹੈ। ਤੁਸੀਂ ਵੀ ਆਏ ਹੋ, ਤੁਸੀਂ ਵੀ ਕਿਤੇ ਪੁੱਛਿਆ ਹੋਣਾ ਵੀ ਉਹ ਗੁੜੀਆ ਦੇ ਘਰ ਜਾਣਾ, ਤੇ ਕਿਸੇ ਨੇ ਐਡਵਾਈਸ ਕੀਤਾ, ਹਾਂ ਉੱਥੇ ਘਰ ਹੈਗਾ ਤੁਹਾਡਾ, ਠੀਕ ਹੈ ਨਾ। ਤਾਂ ਬੜਾ ਵੱਡਾ ਐਗਜ਼ਾਮਪਲ ਜਿਹੜਾ ਹੈਗਾ ਉਹ ਸੈੱਟ ਕੀਤਾ। ਔਰ ਮੈਂ ਤਾਂ ਇਹ ਕਹੂੰਗਾ ਹੋਰ ਕੁੜੀਆਂ ਨੂੰ, ਜਿਹੜੀਆਂ ਮੇਰੀਆਂ ਭੈਣਾਂ ਘਰਾਂ ਦੇ ਵਿੱਚ ਬੈਠ ਰਹੀਆਂ, ਦੇਖ ਰਹੀਆਂ ਇਸ ਗੁੜੀਆ ਨੂੰ, ਤਾਂ ਉਹ ਵੀ ਮੋਟੀਵੇਟ ਹੋਣ,
ਉਹ ਆਪਣੇ ਘਰ ਦੇ ਜਿਹੜੇ ਇੱਕ ਅਸੀਂ ਦਾਇਰਾ ਬਣਾ ਲੈਂਦੇ ਉਸ ਤੋਂ ਬਾਹਰ ਨਿਕਲਣ, ਪੜ੍ਹਨ। ਗੁੜੀਆ ਵੀ ਪੜ੍ਹੀ ਆ, ਦੇਖੋ ਉਹਨੇ ਗ੍ਰੈਜੂਏਸ਼ਨ ਕੀਤੀ ਹੈ ਇੰਨੀ ਹਾਰਡ ਕੋਰ ਸੰਘਰਸ਼ ਕਰਕੇ, ਉਸ ਤੋਂ ਬਾਅਦ ਮਾਸਟਰ ਕੀਤੀ ਹੈ, ਐਨਟੀਟੀ ਕੀਤੀ ਹੈ, ਔਰ ਉਸ ਤੋਂ ਬਾਅਦ ਐਗਰੀਕਲਚਰ ਦੇ ਬੜੇ ਡਿਪਲੋਮਾਸ ਕੀਤੇ ਆ, ਜਿਹਦੀ ਬਦੌਲਤ ਅੱਜ ਇੰਟਰਨੈਸ਼ਨਲ ਲੈਵਲ ਦੇ ਬੜੇ ਲੋਕ ਜਿਹੜੇ ਹੈਗੇ ਐਗਰੀਕਲਚਰ ਯੂਨੀਵਰਸਿਟੀ ਤੋਂ ਗੁੜੀਆ ਨੂੰ ਮਿਲਣ ਆਉਂਦੇ ਆ, ਇਹਦੇ ਤੋਂ ਸਲਾਹਾਂ ਲੈਣ ਆਉਂਦੇ ਆ, ਕੋਈ ਸਲਾਹਾਂ ਇਹਨੂੰ ਦੇ ਕੇ ਜਾਂਦੇ ਆ, ਠੀਕ ਹੈ ਨਾ। ਕੇਸਰੀ ਮੂਵੀ ਦੇ ਜਿਹੜੇ ਰਾਈਟਰ ਸੀ ਉਹ ਸਪੈਸ਼ਲ ਸਾਨੂੰ ਗੁੜੀਆ ਨੂੰ ਸਪੈਸ਼ਲ ਮਿਲਣ ਆਏ। ਇਹ ਸਾਡੇ ਲਈ ਬੜੇ ਪ੍ਰਾਊਡ ਦੀ ਇੱਕ ਮੂਮੈਂਟ ਸੀਗੀ, ਜਿਹਨੂੰ ਅਸੀਂ ਸਾਰਿਆਂ ਨੇ ਬੜਾ ਇੰਜੋਏ ਕੀਤਾ, ਠੀਕ ਹੈ ਨਾ। ਤਾਂ ਇਹ ਹਿਦਾਇਤ ਕੀ ਕਹਾਂ ਕਿ ਮੇਰੇ ਲਈ ਇੱਕ ਬੜਾ ਵੱਡਾ ਐਗਜ਼ਾਮਪਲ ਸੈੱਟ ਕੀਤਾ ਗੁੜੀਆ ਨੇ, ਜਿਹਨੇ ਕਿ ਘਰ ਨੂੰ ਸਾਂਭਿਆ। ਅਮਰਜੀਤ ਜੀ ਅਕਸਰ ਕਹਿ ਦਿੰਦਾ ਸਮਾਜ ਦੀ ਰੀਤ ਹੈ ਵੀ ਧੀਆਂ ਪਰਾਇਆ ਧਨ ਹੁੰਦੀਆਂ ਨੇ, ਪਰਾਏ ਘਰ ਜਾਂਦੀਆਂ ਨੇ, ਆਪਦੇ ਘਰ ਪਿਓ ਦਾ ਘਰ ਛੱਡ ਕੇ ਦੂਜੇ ਘਰ ਜਾਣਾ ਹੁੰਦਾ। ਕੀ ਲੱਗਦਾ ਹੁਣ ਜਿਵੇਂ ਬਾਈ ਜੀ ਕਹਿ ਰਹੇ ਸੀ ਵੀ ਮੈਰਿਜ ਦੀ ਵੀ ਉਮਰ ਹੋ ਰਹੀ ਹੈ, ਤਾਂ ਪਿੱਛੋਂ ਘਰ ਕਿਵੇਂ ਸਾਂਭਿਆ ਜਾਏਗਾ? ਪਿੱਛੇ ਤਾਂ ਧਿਆਨ ਰਹਿਣੇ ਆ, ਕਿਵੇਂ ਉਮੀਦ ਹੈਗੀ ਕਿਵੇਂ ਦਾ ਹੋਏਗਾ ਅੱਗੇ ਦਾ ਮਾਹੌਲ? ਦੇਖੋ ਇਹ ਸੰਸਾਰ ਆ, ਕੁਦਰਤ ਨੇ ਸਭ ਕੁਝ ਬਣਾਇਆ ਹੋਇਆ, ਬੰਦਾ ਦੁਨੀਆ ਤੋਂ ਚਲਾ ਜਾਂਦਾ, ਸੰਸਾਰ ਚੱਲਦਾ ਰਹਿੰਦਾ। ਇਹ ਮੈਂ ਇਸ ਚੀਜ਼ ਨੂੰ ਜ਼ਿਆਦਾ ਨਹੀਂ ਸੋਚਦੀ। ਮੇਰਾ ਇਹ ਮੰਨਣਾ ਵਾ ਕਿ ਜਿੱਥੇ ਤੁਸੀਂ ਰਹਿ ਰਹੇ ਹੋ, ਜਿਸ ਹਾਲਾਤ 'ਚ ਰਹਿ ਰਹੇ ਹੋ, ਉਹ ਕਿਵੇਂ ਦੇ ਆ, ਕਿਵੇਂ ਦੇ ਤੁਸੀਂ ਉਹਨਾਂ ਨੂੰ ਬਣਾਉਣਾ ਵਾ, ਵਧੀਆ ਬਣਾਉਣਾ ਜਾਂ ਘਟੀਆ, ਤੁਹਾਡੀ ਸੋਚ ਤੇ ਡਿਪੈਂਡ ਕਰਦਾ। ਵੱਖਰੀ ਗੱਲ ਆ ਕਿ ਤੁਸੀਂ ਅੱਗੇ ਕਿੱਥੇ ਜਾਣਾ ਵਾ, ਉਹ ਸੰਜੋਗ ਔਰ ਕਰਮ ਆ। ਜਿੱਥੋਂ ਦਾ ਖਾਣਾ ਪਾਣੀ ਦਾਣਾ ਪਾਣੀ ਲਿਖਿਆ ਉਹ ਆਪਾਂ ਖਾ ਹੀ ਲੈਣਾ ਵਾ, ਇਹ ਕੋਈ ਮੈਟਰ ਨਹੀਂ ਕਰਦਾ। ਬਹੁਤ ਤੁਹਾਡੀਆਂ ਜਿਹੜੀਆਂ ਜੀਵਨੀ ਦੀਆਂ ਗੱਲਾਂ ਨੇ, ਕੋਈ ਅਜਿਹੀ ਗੱਲ ਰਹਿ ਗਈ ਹੋਵੇ ਜਾਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਸੰਦੇਸ਼ ਦੇਣਾ ਚਾਹੁੰਦੇ ਹੋ? ਸੁਨੇਹਾ ਦੇਖੋ ਜੀ, ਮੈਂ ਅਗਰ ਇਹ ਰੂਹ ਦੀ ਗੱਲ ਕਰਾਂ ਤਾਂ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਸਾਰਿਆਂ ਨੂੰ ਹੀ ਕਿ ਭਾਈ ਜੇ ਤੁਸੀਂ ਕੋਈ ਧੀ ਅੱਗੇ ਵੱਧ ਕੇ ਕੰਮ ਕਰਦੀ ਆ ਨਾ, ਇਹ ਨਾ ਸੋਚਿਆ ਕਰੋ ਕਿ ਇਹ ਧੀ ਕਿਸੇ ਹੋਰ ਦੀ ਆ ਜਾਂ ਕੋਈ ਕੁੜੀ, ਮੈਂ ਤਾਂ ਕਹਿੰਦੀ ਕੋਈ ਮੁੰਡਾ ਵੀ, ਉਹਨੂੰ ਐਪਰੀਸ਼ੀਏਟ ਕਰਿਆ ਕਰੋ ਔਰ ਨਫ਼ਰਤ ਨਾ ਪੈਦਾ ਕਰੋ ਉਸ ਬੱਚੇ ਦੀ ਪ੍ਰਤੀ ਜਿਹੜਾ ਉਹ ਗਾਂਹ ਵੱਧ ਰਿਹਾ ਵਾ। ਤੁਸੀਂ ਸਗੋਂ ਪ੍ਰਾਊਡ ਫੀਲ ਕਰੋ ਕਿ ਸਾਡੇ ਇੰਡੀਆ, ਸਾਡੇ ਦੇਸ਼, ਕਸਬਾ, ਸਾਡਾ ਘਰ, ਸਾਡਾ ਗਵਾਂਢੀ ਜਾਂ ਸਾਡੇ ਪਿੰਡ ਚੋਂ ਕੋਈ ਇਹੋ ਜਿਹਾ ਬੱਚਾ ਉੱਠਿਆ ਵਾ ਜਿਹੜਾ ਕਿ ਸਾਨੂੰ ਕੋਈ ਨਹੀਂ ਜਾਣਦਾ ਸੀ, ਪਰ ਇਹਦੇ ਨਾਮ ਤੋਂ ਸਾਨੂੰ ਜਾਣਨ ਲੱਗ ਪਏ ਆ ਜਾਂ ਸਾਡੇ ਪਿੰਡ ਨੂੰ ਜਾਣਨ ਲੱਗ ਪਏ ਆ। ਇਹ ਤੇ ਉਹਦੇ ਮਾਣ ਕਰਿਆ ਕਰੋ, ਜੈਲਸ ਜਾਂ ਫਿਰ ਖੁੰਦਕਬਾਜੀ ਦੇ ਵਿੱਚ ਕੁਝ ਇਹੋ ਜਿਹਾ ਨਾ ਕਰਿਆ ਕਰੋ ਜਿਹਦੇ ਨਾਲ ਕਿ ਉਸ ਬੱਚੇ ਨੂੰ ਆਪਣੇ ਆਪ ਨਾਲ ਹੀ ਨਫ਼ਰਤ ਹੋ ਜਾਏ ਵੀ ਭਾਈ ਮੈਂ ਲੱਗਦਾ ਇਹ ਕੰਮ ਕਰਕੇ ਜਾਂ ਸਕਸੈਸ ਹੋ ਕੇ ਗਲਤੀ ਕਰ ਲਈ। ਅਕਸਰ ਪਿੰਡ ਦੇ ਵਿੱਚ ਅਗਰ ਜੇ ਗੱਲ ਕੀਤੀ ਜਾਵੇ, ਲਾਸਟ ਸਵਾਲ ਲਵਾਂਗਾ ਮੈਂ ਵੀ, ਅਗਰ ਜੇ ਕਿਸੇ ਨੇ ਮਸ਼ਹੂਰ ਹੁੰਦਾ ਹੈ, ਨਾਮ ਦੇ ਪਿੱਛੇ ਜਾਂ ਤਾਂ ਸੰਧੂ ਲਿਖਾ ਲੇਗਾ, ਆਪਣੀ ਗੋਤ ਲਿਖਾ ਲੇਗਾ, ਕਿਸੇ ਵੀ ਤਰ੍ਹਾਂ ਦੀ ਗੋਤ ਹੁੰਦੀ ਹੈ, ਪਰ ਤੁਸੀਂ ਪਿੰਡ ਦਾ ਨਾਮ ਹੀ ਲਿਖਾਇਆ ਅਦੋਹੀ। ਐਕਚੁਅਲੀ ਐਵੇਂ ਹੁੰਦਾ ਕਿ ਅਦੋਈ ਜਿੱਥੇ ਤੁਹਾਡੀਆਂ ਜੜ੍ਹਾਂ ਜੁੜੀਆਂ ਹੁੰਦੀਆਂ ਨਾ, ਹੁਣ ਮੰਨ ਲਓ ਅਸੀਂ ਪਿਛੋਕੜ ਸਾਡਾ ਪੰਜਾਬ ਤੋਂ, ਸਾਡਾ ਵੈਸੇ ਤਾਂ ਸਾਡਾ ਤਾਰਪੋਰਾ ਪੰਜਾਬ, ਤੇ ਪਰ ਜੇ ਕੋਈ ਪਾਕਿਸਤਾਨ ਤੋਂ ਆਇਆ ਹੁੰਦਾ, ਉਹ ਜੜ੍ਹਾਂ ਤਾਂ ਉੱਥੇ ਰਹਿੰਦੀਆਂ, ਨਾਮ ਤਾਂ ਵੱਜਦਾ। ਐਵੇਂ ਹੀ ਅਗਰ ਅਸੀਂ ਇੱਥੇ ਸਾਡਾ ਜੰਮਪਲ ਇੱਥੇ ਹੋਇਆ ਵਾ ਤਾਂ ਬੜੀ ਖੁਸ਼ੀ ਹੁੰਦੀ ਆ ਅਗਰ ਸਾਡੇ ਪਿੰਡ ਦਾ ਨਾਮ ਸਾਡੇ ਨਾਮ ਨਾਲ ਜੋੜ ਕੇ ਜਿੱਥੇ 1000 ਲੋਕ ਸਾਡੇ ਪਿੰਡ ਨੂੰ ਜਾਣਨ। ਮੇਨ ਇਹ ਹੁੰਦਾ ਕਿ ਅਗਰ ਤੁਸੀਂ ਦੁਨੀਆ ਤੋਂ ਵੀ ਚਲੇ ਜਾਣਾ, ਕਮ ਸੇ ਕਮ ਤੁਹਾਡੇ ਪਿੰਡ ਦੇ ਨਾਮ ਤੋਂ ਤੁਹਾਨੂੰ ਜਾਣਿਆ ਤਾਂ ਜਾਊਗਾ ਨਾ। ਪਹਿਚਾਣ ਬਣੀ ਰਵੇ। ਅਮਰਜੀਤ ਕੌਰ ਅਦੋਹੀ ਜੀ ਸਾਡੇ ਨਾਲ ਸੀ। ਜਸਵੰਤ ਸਿੰਘ ਜੋ ਡਾਕਟਰ ਸਰਕਾਰੀ ਟੀਚਰ ਨੇ, ਪੜ੍ਹਾਉਂਦੇ ਨੇ ਬੱਚਿਆਂ ਨੂੰ, ਤਾਂ ਇਹਨਾਂ ਦੇ ਅੱਜ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਸੀ, ਅਮਰਜੀਤ ਨਾਲ ਗੱਲਬਾਤ ਕੀਤੀ ਹੈ, ਤਾਂ ਕਿਵੇਂ ਇੱਕ ਸੰਘਰਸ਼ ਕੀਤਾ। ਤਾਂ ਮਾਂ-ਬਾਪ ਚਲੇ ਗਏ ਸੀ ਦੁਨੀਆ ਦੇ ਤੋਂ, ਤਾਂ ਮਾਫ ਕਰਨਾ, ਬਾਪ ਚਲੇ ਗਏ ਸੀ, ਤਾਂ ਉਹਨਾਂ ਦੇ ਚਲਦਿਆਂ ਹੀ ਜਦੋਂ ਸਾਰਾ ਕੁਝ ਸਾਂਭਿਆ, ਤਾਂ ਜ਼ਮੀਨ ਸਾਂਭੀ, ਪੈਲੀ ਸਾਂਭੀ, ਸਾਰਾ ਕੁਝ, ਪਸ਼ੂਆਂ ਨੂੰ ਸਾਂਭਿਆ, ਤਾਂ ਪੱਠੇ ਲੈ ਕੇ ਉਹਨੇ ਵੱਢ ਕੇ ਸਕੂਲ ਦੇ ਵਿੱਚ ਸਟੱਡੀ ਕਰਨੀ, ਕਾਲਜ ਦੇ ਵਿੱਚ ਸਟੱਡੀ ਕਰਨੀ, ਤਾਂ ਸਭ ਕੁਝ ਦੇਖਣਾ, ਪਰ ਹਜੇ ਵੀ ਉਹੀ ਸੰਘਰਸ਼ ਉਸੇ ਤਰ੍ਹਾਂ ਚੱਲ ਰਿਹਾ ਹੈ। ਤਾਂ ਸਹਿਯੋਗ ਬਹੁਤ ਵੱਡਾ ਹੈ। ਧੀਆਂ ਅਕਸਰ ਘੱਟ ਨਹੀਂ ਹੁੰਦੀਆਂ, ਕਿਸੇ ਨਾਲੋਂ ਵੱਧ ਕੇ ਹੁੰਦੀਆਂ ਨੇ। ਅਕਸਰ ਧੀਆਂ ਕਿਹਾ ਵੀ ਜਾਂਦਾ ਹੈ ਪੁੱਤ ਵਡਾਉਂਦੇ ਜ਼ਮੀਨਾਂ, ਤਾਂ ਧੀਆਂ ਦੁੱਖ ਵਡਾਉਂਦੀਆਂ ਨੇ। ਧੀਆਂ ਅਕਸਰ ਅਜਿਹੇ ਦੁੱਖ ਵਡਾਉਂਦੀਆਂ ਨੇ ਜਿਹੜੇ ਪੁੱਤ ਨਹੀਂ ਵਡਾ ਸਕਦੇ। ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ। ਪਰ ਅੱਜ ਜਿਹੜੇ ਅਮਰਜੀਤ ਦੀ ਜਿਹੜੀ ਕਹਾਣੀ ਸੀ, ਸੰਘਰਸ਼ ਸੀ, ਤੁਹਾਡੇ ਨਾਲ ਸਾਂਝਾ ਕੀਤਾ। ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਕੈਮਰੇ ਸਹਿਯੋਗ ਦੇ ਸੀ ਸੁਖਵਿੰਦਰ ਜੀ, ਧੰਨਵਾਦ।